ਸਾਡੇ ਪਿੱਛੇ ਹੈਲਥ ਕੰਡੀਸ਼ਨਸ ਕਈ ਵਾਰ ਹੁੰਦੀ ਆ, ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ, ਉਹ ਕਿੱਦਾਂ ਇੰਪੈਕਟ ਪਾਉਂਦੀਆਂ? ਬਹੁਤ ਵਾਰ ਕਲਾਇੰਟਸ ਪੁੱਛ ਲੈਂਦੇ ਨੇ ਕਿ ਯਾਰ ਮੇਰੇ ਤਾਂ ਪੇਰੈਂਟਸ ਨੂੰ ਕੋਈ ਪ੍ਰੋਬਲਮ ਹੈ ਹੀ ਨਹੀਂ, ਤੇ ਮੈਂ ਇਸ ਤਰ੍ਹਾਂ ਦੀ ਪਾਲਿਸੀ ਕਿਉਂ ਲਵਾਂ ਜਿਹਦੇ ਵਿੱਚ ਪ੍ਰੀ ਐਗਜ਼ਿਸਟਿੰਗ ਕਵਰ ਹੋਏ ਜਦੋਂ ਉਹਨਾਂ ਨੂੰ ਕੁਝ ਹੈ ਹੀ ਨਹੀਂ। ਕੋਈ ਇੱਥੇ ਆਪਣੇ ਪੇਰੈਂਟਸ ਨੂੰ ਬੁਲਾ ਰਿਹਾ, ਆਈ ਥਿੰਕ ਮਨੀ ਮੈਟਰ ਨਹੀਂ ਕਰਦੀ ਉਹਨਾਂ ਲਈ। ਮੇਰਾ ਪਰਸਨਲ ਬਾਇਸ ਹੈ ਇਸ ਚੀਜ਼। ਵਾਈ ਸ਼ੁਡ ਆਈ ਸਪੈਂਡ ਐਕਸਟਰਾ ਮਨੀ to buy a pre-existing clause when they don't even have any medical condition? ਪੇਰੈਂਟਸ ਆ ਰਹੇ, ਫਾਦਰ ਨੂੰ ਫੋਰ ਐਗਜ਼ਾਮਪਲ ਹਾਰਟ ਸਰਜਰੀ ਹੋਈ ਹੈ ਨਾ, God forbid ਜੇ ਪਲੇਨ 'ਚ ਕੁਝ ਹੋ ਜਾਏ ਜਾਂ ਉਹਨਾਂ ਦੇ ਲੇਓਵਰ ਪੀਰੀਅਡ 'ਚ ਕੁਝ ਹੋ ਜਾਏ, ਕੋਈ ਐਮਰਜੈਂਸੀ ਪੈ ਜਾਂਦੀ ਹੈ ਐਂਡ ਵਿਦਿਨ 4 ਮੰਥਸ ਉਹਨਾਂ ਨੂੰ ਵਾਪਸ ਜਾਣਾ ਪੈਂਦਾ, ਠੀਕ ਹੈ, ਤੇ ਉਦੋਂ ਇੰਸ਼ੋਰੈਂਸ ਕਿੱਦਾਂ ਅਪਲਾਈ ਹੁੰਦੀ ਹੈ? ਕਿ ਉਹਨਾਂ ਨੂੰ ਰਿਫੰਡ ਮਿਲਦਾ ਹੈ, ਕੈਂਸਲੇਸ਼ਨ ਪੋਜ਼ ਹੋ ਜਾਂਦੀ ਹੈ, ਕੀ ਹੁੰਦਾ? ਕਿ ਨੈਕਸਟ 48 ਆਵਰਸ ਵਿੱਚ ਜੇ ਕੋਈ ਸਿਕਨੈਸ ਰਿਲੇਟਡ ਕਲੇਮ ਆ ਗਿਆ, ਵੀ ਵਿਲ ਨਾਟ ਪੇ। ਇੰਸ਼ੋਰੈਂਸ ਪ੍ਰੋਡਕਟ ਇਜ਼ ਅ ਵੇਸਟ ਆਫ ਮਨੀ। ਬਹੁਤ ਲੋਕੀ ਇੱਦਾਂ ਮਾਰਦੇ ਆ। ਵਾਟ ਇਜ਼ ਯੂਰ ਟੇਕ ਔਨ ਦੈਟ? ਆਈ ਨਾਰਮਲੀ ਸੇ ਲੋਕਾਂ ਨੂੰ ਕਿ ਰੱਬ ਕਰੇ ਤੁਹਾਡੇ ਸਾਰੇ ਪੈਸੇ ਵੇਸਟ ਹੋਣ। ਪੇਰੈਂਟਸ ਹਸਪੀਟਲਾਈਜ਼ ਹੋਏ ਐਂਡ ਦੇ ਵਾਸ ਨੋਟ ਏਬਲ ਟੂ ਮੇਕ ਇਟ। ਆਈ ਮੀਨ ਉਹਨਾਂ ਦੀ ਡੈਥ ਹੋ ਜਾ। $3 ਲੱਖ ਦਾ ਕਰਜ਼ਾ ਚੜ ਗਿਆ ਸੀ ਇੱਕ ਸਟੂਡੈਂਟ ਦੇ ਉੱਤੇ ਜਦੋਂ ਉਹਦੇ ਪੇਰੈਂਟਸ ਉਹਨੂੰ ਕੈਨੇਡਾ 'ਚ ਵਿਜ਼ਿਟ ਕਰਨ ਆਏ ਸੀ। ਤੇ ਜੇ ਤੁਹਾਨੂੰ ਵੀ ਲੱਗਦਾ ਵੇਸਟ ਆਫ ਮਨੀ ਹੈ ਇੰਸ਼ੋਰੈਂਸ ਪ੍ਰੋਡਕਟ ਨੂੰ ਖਰੀਦਣਾ, ਤਾਂ ਇੱਕ ਵਾਰ ਦੁਬਾਰਾ ਸੋਚੋ। ਕਿਉਂਕਿ ਨੂੰ ਜਾਣਨ ਲਈ ਆਪਾਂ ਪੋਡਕਾਸਟ ਸ਼ੁਰੂ ਕਰਦੇ ਹਾਂ ਸਾਡੇ ਅੱਜ ਦੇ ਗੈਸਟ ਸਗੁਨ ਗੋਇਲ ਜੀ ਦੇ ਨਾਲ, ਓਨਲੀ ਐਟ ਅਵਿਲਸ਼ ਪੋਡਕਾਸਟ, ਵੇਅਰ ਐਕਸਪੀਰੀਅੰਸ ਕਲੋਜ਼। Sagun Goyal ji, welcome to Village Podcast. Thank you for having me on show. Good to have you. ਅੱਜ ਦਾ ਪੋਡਕਾਸਟ ਕਿਕ ਸਟਾਰਟ ਕਰਨ ਤੋਂ ਪਹਿਲਾਂ ਮੇਰਾ ਇੱਕ ਕੁਐਸਚਨ ਹੈ ਕਿ ਜਦੋਂ ਪੇਰੈਂਟਸ ਕੈਨੇਡਾ ਆਉਂਦੇ ਆ ਵਿਜ਼ਿਟ ਕਰਨ ਲਈ, ਤਾਂ ਉਹਨਾਂ ਲਈ ਇੰਸ਼ੋਰੈਂਸ ਕਿੰਨੀ ਇੰਪੋਰਟੈਂਸ ਰੱਖਦਾ? ਵੈਲ ਅਗੇਨ ਮੈਂ ਸਿਰਫ ਇਹ ਪੇਰੈਂਟਸ ਵਾਸਤੇ ਨਹੀਂ ਕਹੂੰਗਾ, ਕੋਈ ਵੀ ਪਰਸਨ ਇੱਥੇ ਆਉਂਦਾ, ਚਾਹੇ ਉਹ ਤੁਹਾਡਾ ਬ੍ਰਦਰ ਹੈ, ਸਿਸਟਰ ਹੈ, ਪੇਰੈਂਟਸ ਹੈ, ਕੋਈ ਵੀ ਹੈ ਜਾਂ ਗੈਸਟ ਹੈ, anybody coming to Canada, they should and they must have insurance. ਉਹਦਾ ਕਾਰਨ ਕੀ ਹੈ, ਇੰਪੋਰਟੈਂਸ ਕੀ ਹੈ? ਦੇਖੋ, ਜਦੋਂ ਅਸੀਂ ਇੱਥੇ PR ਹੈ ਜਾਂ ਵਰਕ ਪਰਮਿਟ 'ਤੇ ਸਾਡੇ ਕੋਲ ਪ੍ਰੋਵਿੰਸ਼ੀਅਲ ਹੈਲਥ ਕਵਰੇਜ ਹੈ, ਸਾਨੂੰ ਇੱਥੇ ਮੈਡੀਕਲ ਕੋਸਟ ਦਾ ਕੋਈ ਅੰਦਾਜ਼ਾ ਹੀ ਨਹੀਂ ਹੈਗਾ ਕਿ ਕਿੰਨੀ ਮੈਡੀਕਲ ਕੋਸਟ। ਅਸੀਂ ਡਾਕਟਰ ਦੇ ਜਾਂਦੇ ਹਾਂ, ਜਾ ਕੇ ਚੈੱਕਅਪ ਕਰਾਉਂਦੇ ਹਾਂ, ਹਸਪੀਟਲ ਜਾਂਦੇ ਹਾਂ, ER ਜਾਂਦੇ ਹਾਂ, ਕੋਈ ਫਰਕ ਨਹੀਂ ਪੈਂਦਾ, ਕਿਸੇ ਨੂੰ ਕੋਸਟ ਦਾ ਨਹੀਂ ਪਤਾ, ਬਿਕੋਜ਼ ਇਟ ਇਜ਼ ਯੂਨੀਵਰਸਲੀ ਪ੍ਰੋਵਾਈਡਡ। ਲੇਕਿਨ ਰੱਬ ਨਾ ਕਰੇ ਜਦੋਂ ਕੋਈ ਇੱਥੇ ਗੈਸਟ ਆ ਕੇ, ਪੇਰੈਂਟਸ ਜਾਂ ਤੁਹਾਡੇ ਬ੍ਰਦਰ ਸਿਸਟਰ ਕੋਈ ਆ ਕੇ ਉਹਨਾਂ ਨੂੰ ਮੈਡੀਕਲ ਸਰਵਿਸਿਜ਼ ਦੀ ਲੋੜ ਪੈਂਦੀ ਹੈ, ਦ ਕੋਸਟ ਇਜ਼ ਐਸਟਰੋਨੋਮਿਕਲ। ਤੁਸੀਂ ਇਮੈਜਿਨ ਵੀ ਨਹੀਂ ਕਰ ਸਕਦੇ ਕਿ ਸਿਰਫ ER ਵਿੱਚ ਜਦੋਂ ਤੁਸੀਂ ਜਾਂਦੇ ਹੋ, ER ਫੀ ਇਜ਼ ਸਮਟਾਈਮਸ $900। ਐਡਮਿਟ ਕਰਨ ਤੋਂ ਪਹਿਲਾਂ ਉਹ ਤੁਹਾਨੂੰ ਕਹਿੰਦੇ ਕਿ ਯੂ ਹੈਵ ਟੂ ਰਨ ਯੂਰ ਕ੍ਰੈਡਿਟ ਕਾਰਡ, ਕਿ $900 ਪੇ ਕਰੋ, ਉਸ ਤੋਂ ਬਾਅਦ ਦੇਖਾਂਗੇ ਕੀ ਕਰਨਾ। ਉਸ ਤੋਂ ਬਾਅਦ ਓਬਵੀਅਸਲੀ ਦੇ ਡੋਂਟ ਚਾਰਜ ਫॉर ਆਲ ਦੋਜ਼ ਸਰਵਿਸਿਜ਼। ਲੇਕਿਨ ਜਦੋਂ ਬਿੱਲ ਆਉਂਦਾ ਹੈ ਨਾ, ਰੀਸੈਂਟਲੀ ਮੈਨੂੰ ਕਿਸੇ ਦਾ ਅਲਬਰਟਾ ਤੋਂ ਕਾਲ ਆਇਆ, ਉਹਨਾਂ ਦੇ ਡੈਡ ਨੂੰ ਕੋਈ ਇਨਫੈਕਸ਼ਨ ਹੋ ਗਿਆ ਸੀ ਅਤੇ 7 ਦਿਨ ਉਹ ਹਸਪੀਟਲ ਰਹੇ ਨੇ। ਤੇ ਬਿਲੀਵ ਇਟ ਔਰ ਨਾਟ, ਈਵਨ ਦੈਟ ਵਾਜ਼, ਮੈਨੂੰ ਇਸ ਲਈ ਕੇਸ ਯਾਦ ਹੈ ਬਿਕੋਜ਼ ਦਿਸ ਇਜ਼ ਮੋਸਟ ਰੀਸੈਂਟ, $3 ਲੱਖ ਦਾ ਬਿੱਲ ਸੀਗਾ 7 ਦਿਨ ਦਾ। ਉਹਨਾਂ ਦੇ ਡੈਡ ਉਹ ਡੀਫਿਬਰਿਲੇਟਰ 'ਤੇ ਰਹੇ ਨੇ, ਉਹਨਾਂ ਨੂੰ ਕੋਈ ਨਿਮੋਨੀਆ ਟਾਈਪ ਇਨਫੈਕਸ਼ਨ, ਚੈਸਟ ਇਨਫੈਕਸ਼ਨ ਹੋ ਗਈ ਸੀ। $300,000 that was actually new for me as well, ਕਿ $3 ਲੱਖ ਦਾ ਤਾਂ ਮੈਂ ਵੀ ਨਹੀਂ ਕਦੀ ਕੋਈ ਕਲੇਮ ਦੇਖਿਆ। But it can happen. So that is the cost that you have to pay if you do not have insurance. ਠੀਕ ਹੈ। ਅਤੇ ਹੁਣ ਇੰਸ਼ੋਰੈਂਸ ਕਿਹੜੀ ਟਾਈਪਸ ਦੀ ਹੁੰਦੀ ਆ? ਹੁਣ ਜਿਵੇਂ ਕੋਈ ਵਿਜ਼ਿਟ ਕਰਨ ਆ ਰਿਹਾ, ਠੀਕ ਹੈ, ਜਾਂ ਪੇਰੈਂਟਸ ਆ ਰਿਹਾ, ਪੇਰੈਂਟਸ ਸੁਪਰ ਵੀਜ਼ਾ 'ਤੇ ਆਉਂਦੇ ਆ, ਹੁਣ ਉਹਦੀ ਰਿਕੁਆਇਰਮੈਂਟ ਆਈ ਬਿਲੀਵ ਹੈਗੀ ਹੈ ਕਿ ਤੁਹਾਡੇ ਕੋਲ ਇੰਸ਼ੋਰੈਂਸ ਹੋਣੀ ਚਾਹੀਦੀ ਹੈ। ਥੋੜ੍ਹਾ ਉਹਦੇ ਬਾਰੇ ਦੱਸੋ। ਓਕੇ, ਸੋ ਅਗੇਨ ਜਦੋਂ ਇੱਥੇ ਕੋਈ ਗੈਸਟ ਆਉਂਦਾ ਜਾਂ ਪੇਰੈਂਟਸ ਆਉਂਦੇ, ਇੰਸ਼ੋਰੈਂਸ ਦਾ ਨਾਮ ਕੀ ਹੈ? ਟਰੈਵਲ ਇੰਸ਼ੋਰੈਂਸ। ਉਸ ਟਰੈਵਲ ਇੰਸ਼ੋਰੈਂਸ ਨੂੰ ਕਈ ਨਾਮ ਦਿੱਤੇ ਜਾਂਦੇ ਨੇ। ਵਿਜ਼ਿਟਰਸ ਟੂ ਕੈਨੇਡਾ ਇੰਸ਼ੋਰੈਂਸ ਵੀ ਟਰੈਵਲ ਇੰਸ਼ੋਰੈਂਸ ਹੈ, ਸੁਪਰ ਵੀਜ਼ਾ ਇੰਸ਼ੋਰੈਂਸ ਵੀ ਟਰੈਵਲ ਇੰਸ਼ੋਰੈਂਸ ਹੈ, ਇਹ ਦੋਨੋਂ ਟਰੈਵਲ ਇੰਸ਼ੋਰੈਂਸ। ਅਤੇ ਫਰਦਰ ਜੇ ਆਪਾਂ ਜਾਈਏ, ਵਿਜ਼ਿਟਰਸ ਟੂ ਕੈਨੇਡਾ ਇੰਸ਼ੋਰੈਂਸ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਐਗਜ਼ੈਕਟਲੀ ਸੇਮ ਇੰਸ਼ੋਰੈਂਸ ਹੈ। ਜਿਹੜੀ ਉਹਨਾਂ ਦੀ ਪੋਲਿਸੀ ਦੇਖੋਗੇ, ਵਰਡ ਟੂ ਵਰਡ ਸੇਮ ਪੋਲਿਸੀ। ਡਿਫਰੈਂਸ ਕੀ ਹੁੰਦਾ? ਜੇ ਆਪਾਂ ਵਿਜ਼ਿਟਰਸ ਇੰਸ਼ੋਰੈਂਸ ਦੀ ਗੱਲ ਕਰੀਏ, ਉਹਨਾਂ ਦੀ ਕੋਈ ਰਿਕੁਆਇਰਮੈਂਟ ਨਹੀਂ ਹੈ ਕਿ ਤੁਸੀਂ ਕਿੰਨੇ ਦੀ ਇੰਸ਼ੋਰੈਂਸ ਲੈਣੀ ਹੈ। ਯੂ ਕੈਨ ਬਾਈ ਇਟ ਫॉर $25,000, $50,000, $100,000, $500,000, $1 million, ਜਿੰਨੇ ਦੀ ਤੁਹਾਡੀ ਪੋਕਟ ਅਲਾਅ ਕਰਦੀ ਹੈ। ਓਕੇ, if they are coming for say 21 days, you can buy it for 21 days. There is no restriction as compared to again sorry, ਇੱਕ ਹੋਰ ਚੀਜ਼ ਹੈ, ਵਿਜ਼ਟਰਸ ਇੰਸ਼ੋਰੈਂਸ। ਜਿਹੜੇ ਪੇਰੈਂਟਸ ਆਉਂਦੇ ਨੇ, ਉਹ ਤੁਸੀਂ ਆਪਣੇ ਬੈਕ ਹੋਮ ਕੰਟਰੀ ਤੋਂ ਵੀ ਲੈ ਕੇ ਆ ਸਕਦੇ ਹੋ। although I do not recommend that,
ਬਟ ਅਗੇਨ ਤੁਸੀਂ ਆਪਣੇ ਬੈਕ ਹੋਮ ਕੰਟਰੀ ਤੋਂ ਬਾਏ ਕਰਕੇ ਇੱਥੇ ਇੰਸ਼ੋਰੈਂਸ ਐਟਲੀਸਟ ਹੋਣੀ ਚਾਹੀਦੀ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ। ਓਕੇ ਨਾ ਇਫ ਯੂ ਕੰਪੇਅਰ ਦੈਟ ਵਿਦ ਦ ਸੁਪਰ ਵੀਜ਼ਾ ਇੰਸ਼ੋਰੈਂਸ, ਜਿੱਦਾਂ ਮੈਂ ਕਿਹਾ ਕਿ ਪਾਲਿਸੀ 'ਚ ਕੋਈ ਡਿਫਰੈਂਸ ਨਹੀਂ ਹੈ। ਡਿਫਰੈਂਸ ਕੀ ਹੈ? ਰਿਕੁਆਇਰਮੈਂਟ ਵਿੱਚ। ਸੁਪਰ ਵੀਜ਼ਾ ਇੰਸ਼ੋਰੈਂਸ ਵਿੱਚ ਮਿਨੀਮਮ 1 ਲੱਖ ਦੀ ਇੰਸ਼ੋਰੈਂਸ ਤੁਹਾਡੇ ਕੋਲ ਹੋਣੀ ਹੀ ਚਾਹੀਦੀ ਹੈ। You cannot buy less than 100,000. You cannot buy for less than 1 year. ठीक है, ਹੁਣ जब ਤੁਹਾਡੇ ਪੇਰੈਂਟਸ ਨੇ ਸਿਰਫ 5 ਮਹੀਨੇ ਵਾਸਤੇ ਆਉਣਾ ਹੈ, you still have to buy a 1 year policy. You cannot buy less than 1 year. And the third requirement is you must also buy from a Canadian company as well. So that is actually the only difference between super visa insurance and visitors to Canada. ਠੀਕ ਹੈ ਜੀ। ਤੇ ਹੁਣ ਅੱਗੇ ਵਧਣ ਤੋਂ ਪਹਿਲਾਂ ਥੋੜ੍ਹਾ ਹੋਰ ਡਿਟੇਲ 'ਚ ਦੱਸੋ ਸੁਪਰ ਵੀਜ਼ਾ ਇੰਸ਼ੋਰੈਂਸ ਦੇ ਵਿੱਚ ਕਿਹੜੀ ਰਿਕੁਆਇਰਮੈਂਟਸ ਹੁੰਦੀਆਂ, ਅਤੇ ਕਲੇਮ ਤਾਂ ਤੁਸੀਂ ਦੱਸਤਾ ਕਿ ਮਿਨੀਮਮ 100,000 ਤੋਂ ਸਟਾਰਟ ਕਰਕੇ ਮੈਕਸਿਮਮ ਜਿੰਨਾ ਮਰਜ਼ੀ, ਇੱਦਾਂ ਹੀ ਹੈ। ਇਹ ਪਾਲਿਸੀ ਜਿਹੜੀ ਹੈ ਉਹ 100,000 ਦੀ ਹੋਣੀ ਹੈ, ਇਹਦੀ ਨਾਟ ਕਲੇਮ। ਪਾਲਿਸੀ ਦੀ ਵੈਲਿਊ ਜਿਹੜੀ ਕਵਰੇਜ ਹੈ ਕਿ ਰੱਬ ਨਾ ਕਰੇ ਕੋਈ ਕਲੇਮ ਆ ਜਾਏ ਤੇ ਇੰਸ਼ੋਰੈਂਸ ਕੰਪਨੀ ਕਿੰਨੇ ਅਮਾਊਂਟ ਤੱਕ ਤੁਹਾਨੂੰ ਕਲੇਮ ਦੇ ਸਕਦੀ ਹੈ, ਉਹ ਮਿਨੀਮਮ 100,000 ਹੈ ਐਂਡ ਮੈਕਸਿਮਮ $1 million ਅੱਜ ਦੀ ਡੇਟ ਵਿੱਚ ਜੇ ਤੁਸੀਂ ਬਾਏ ਕਰਨਾ ਚਾਹੁੰਦੇ। ਨਾਓ ਗੋਇੰਗ ਟੂ ਅ ਲਿਟਲ ਬਿਟ ਹਿਸਟਰੀ ਆਫ ਸੁਪਰ ਵੀਜ਼ਾ। ਦੇਖੋ ਜਦੋਂ 2011 ਤੋਂ ਪਹਿਲਾਂ ਜਦੋਂ ਇੱਥੇ ਆਪਾਂ ਪੇਰੈਂਟਸ ਨੂੰ ਲਿਆਉਣਾ ਹੁੰਦਾ ਸੀ ਨਾ, 8-8, 9-9 ਸਾਲ ਦੀ ਵੇਟ ਹੁੰਦੀ ਸੀਗੀ। ਤੁਸੀਂ ਐਪਲੀਕੇਸ਼ਨ ਪਾ ਦਿਓ, 8 ਸਾਲ ਵੇਟ ਕਰੋ, 9 ਸਾਲ ਵੇਟ ਕਰੋ। ਮਤਲਬ ਲੋਕਾਂ ਨੂੰ ਮੈਂ ਕਈ ਵਾਰ ਇਹ ਦੇਖਿਆ ਕਿ ਅਨਫੋਰਚੂਨੇਟਲੀ ਪੇਰੈਂਟਸ ਆਲਸੋ ਪਾਸ ਅਵੇ ਬਾਏ ਦ ਟਾਈਮ ਦੇਅਰ ਐਪਲੀਕੇਸ਼ਨ ਇਜ਼ ਸਟਿਲ ਇਨ ਪ੍ਰੋਸੈਸ। ਠੀਕ ਹੈ, ਪੇਰੈਂਟਸ ਨੂੰ ਬੁਲਾਉਣਾ ਸੀਗਾ ਅਤੇ ਉਹਦੇ ਲਈ ਉਹਨਾਂ ਦਾ ਪਰਮਾਨੈਂਟ ਰੈਜ਼ੀਡੈਂਸੀ ਜਿੱਦਾਂ ਉਹਦੇ ਲਈ ਅਪਲਾਈ ਕਰਦੇ ਸੀਗੇ। ਸੋ ਫਿਰ ਉਸ ਵੇਲੇ ਇੱਥੇ ਜਿਹੜੇ ਲੋਕ ਸੀਗੇ ਉਹਨਾਂ ਨੇ ਕਾਫੀ ਸ਼ੋਰ ਮਚਾਇਆ ਵੀ ਇਹ ਦਿਸ ਇਜ਼ ਨਾਟ ਦ ਰਾਈਟ ਪ੍ਰੋਸੈਸ ਕਿ ਸਾਨੂੰ ਪੇਰੈਂਟਸ ਨੂੰ ਬੁਲਾਉਣ ਵਾਸਤੇ 9-9, 10-10 ਸਾਲ ਦਾ ਵੇਟ ਕਰਨਾ ਪੈ ਰਿਹਾ। ਦੈਟ ਇਜ਼ ਵੈਨ ਉਸ ਟਾਈਮ ਦੇ ਪ੍ਰਾਈਮ ਮਿਨਿਸਟਰ ਜਿਹੜੇ ਸੀਗੇ ਸਟੀਫਨ ਹਾਰਪਰ, ਉਹਨਾਂ ਨੇ ਇੱਕ ਪਾਲਿਸੀ ਕੱਢੀ ਕਾਲਡ ਸੁਪਰ ਵੀਜ਼ਾ। ਓਕੇ, ਦੈਟ ਇਜ਼ ਸਪੈਸੀਫਿਕਲੀ ਫॉर ਪੇਰੈਂਟਸ or grandparents, not your guest, not your brother, sister, not for anybody else, only for parents and grandparents. ਉਹਨਾਂ ਨੇ ਕਿਹਾ ਕਿ ਚਲੋ ਠੀਕ ਹੈ, ਤੁਸੀਂ ਆਪਣੇ ਪੇਰੈਂਟਸ ਨੂੰ ਇੱਥੇ ਬੁਲਾਉਣਾ ਤੇ ਤੁਸੀਂ ਬੁਲਾ ਸਕਦੇ ਹੋ, ਬਟ ਦੇਰ ਆਰ ਸਰਟਨ ਰਿਕੁਆਇਰਮੈਂਟਸ ਦੈਟ ਯੂ ਹੈਵ ਟੂ ਫਿਲ। ਰਿਕੁਆਇਰਮੈਂਟਸ ਇੱਕ ਤਾਂ ਤੁਹਾਡੀ ਇਨਕਮ ਹੋਣੀ ਚਾਹੀਦੀ ਹੈ ਕਿ ਮਿਨੀਮਮ ਇੰਨੀ ਇਨਕਮ ਹੋਣੀ ਚਾਹੀਦੀ ਹੈ। ਅਗੇਨ ਕੋਈ ਵੀ ਉਹ ਇਨਕਮ ਜਿਹੜੀ ਅਪਡੇਟ ਹੁੰਦੀ ਰਹਿੰਦੀ ਹੈ ਆਫਟਰ ਫਿਊ ਈਅਰਸ। ਸੈਕਿੰਡ ਰਿਕੁਆਇਰਮੈਂਟ ਉਹਨਾਂ ਨੇ ਰੱਖੀ ਇੰਸ਼ੋਰੈਂਸ। ਕਿਉਂਕਿ ਹੁੰਦਾ ਕੀ ਸੀਗਾ ਪਹਿਲਾਂ ਜਦੋਂ ਇੱਥੇ ਪੇਰੈਂਟਸ ਆਉਂਦੇ ਅਤੇ ਉਹਨਾਂ ਨੇ ਕਿਹਾ ਕਿ ਇਹ ਪੇਰੈਂਟਸ ਸਾਡੇ ਆ ਰਹੇ ਨੇ ਅਤੇ ਇੱਥੇ ਦੇ ਮੈਡੀਕਲ ਸਿਸਟਮ 'ਤੇ ਭਾਰ ਪੈਂਦਾ ਹੈ, ਕਿਉਂਕਿ ਉਹ ਜਦੋਂ ਪੇਰੈਂਟਸ ਆਉਣਾ ਉਹਨਾਂ ਨੇ 50, 60, 70 ਦੀ ਏਜ ਵਿੱਚ ਹੁੰਦੇ ਨੇ। ਸੋ ਦੇ ਮੇ ਨੀਡ ਮੈਡੀਕਲ। ਹੁਣ ਇੱਥੇ ਦੇ ਲੋਕ ਕਹਿੰਦੇ ਸੀ ਯਾਰ ਸਾਡੇ ਪੇਰੈਂਟਸ ਆ ਰਹੇ ਨੇ, ਤੁਹਾਡੇ ਪੇਰੈਂਟਸ ਆ ਰਹੇ ਨੇ ਅਤੇ ਮੈਡੀਕਲ ਸਿਸਟਮ ਯੂਜ਼ ਕਰ ਰਹੇ ਨੇ, ਆਲਦੋ ਦੇ ਹੈਵ ਨਾਟ ਕੰਟਰੀਬਿਊਟਡ ਐਨੀਥਿੰਗ ਇਨ ਦੈਟ। ਠੀਕ ਹੈ, ਸੋ ਗਵਰਨਮੈਂਟ ਨੇ ਸੁਪਰ ਵੀਜ਼ਾ ਸ਼ੁਰੂ ਕੀਤਾ, ਇਨਕਮ ਰਿਕੁਆਇਰਮੈਂਟ ਰੱਖਤੀ ਕਿ ਹਾਂ ਯੂ ਆਰ ਕੇਪੇਬਲ ਟੂ ਗਿਵ ਦੈਮ ਪ੍ਰੋਪਰ ਬੋਰਡਿੰਗ ਐਂਡ ਲੌਜਿੰਗ, ਪਲੱਸ ਇੰਸ਼ੋਰੈਂਸ ਦੀ ਰਿਕੁਆਇਰਮੈਂਟ ਰੱਖਤੀ ਕਿ ਰੱਬ ਨਾ ਕਰੇ ਜੇ ਮੈਡੀਕਲ ਸਰਵਿਸਿਜ਼ ਦੀ ਲੋੜ ਪਈ ਤੇ ਕੈਨੇਡੀਅਨ ਇੰਸ਼ੋਰੈਂਸ ਕੰਪਨੀ ਤੋਂ ਬਾਏ ਕਰੋ। ਕਪਲ ਆਫ ਰੀਜ਼ਨਸ ਆਫ ਦੈਟ। 100,000 ਉਸ ਵੇਲੇ ਦੀ ਟਾਈਮ ਵਿੱਚ ਕਾਫੀ ਹੁੰਦਾ ਸੀ ਤਾਂ ਉਹਨਾਂ ਨੇ ਕਹਿ ਦਿੱਤਾ ਹਾਂਜੀ 100,000 ਕਵਰੇਜ ਇਜ਼ ਇਨਫ। ਸੈਕਿੰਡ ਰੀਜ਼ਨ, ਹੁਣ ਜਦੋਂ ਪੇਰੈਂਟਸ ਨੇ ਉਹਨਾਂ ਨੂੰ ਕਿਹਾ ਇੱਥੇ ਆਉਣ ਦਾ, ਅਤੇ ਉਹਨਾਂ ਨੇ ਕਿਹਾ ਕਿ ਜਦੋਂ ਪੇਰੈਂਟਸ ਆਉਂਦੇ ਉਸ ਟਾਈਮ ਵਿੱਚ ਮੈਕਸੀਮਮ 2 ਸਾਲ ਤੱਕ ਆ ਸਕਦੇ ਸੀਗੇ ਕਿ 2 ਸਾਲ ਬਾਅਦ ਤੁਹਾਨੂੰ ਕੰਟਰੀ ਤੋਂ ਵਾਪਸ ਜਾਣਾ ਹੀ ਪੈਣਾ ਇਫ ਯੂ ਆਰ ਹੇਅਰ ਔਨ ਸੁਪਰ ਵੀਜ਼ਾ। ਤੁਸੀਂ ਮਹੀਨਾ ਆਪਣੇ ਕਿਤੇ ਕੈਨੇਡਾ ਤੋਂ ਬਾਹਰ ਲਾ ਕੇ ਫਿਰ ਦੁਬਾਰਾ ਆ ਜਾਓ। ਓਕੇ, ਥਰਡ ਰਿਕੁਆਇਰਮੈਂਟ ਕੈਨੇਡੀਅਨ ਕੰਪਨੀ ਤੋਂ। ਸੋ ਇਹਦਾ ਕੈਨੇਡਾ ਨੂੰ ਕਿੰਨਾ ਵੱਡਾ ਫਾਇਦਾ ਹੋਇਆ, ਇਟਸ ਇਮੈਂਸਲੀ ਪ੍ਰੋਫਿਟੇਬਲ ਫॉर ਕੈਨੇਡਾ। ਪਹਿਲਾਂ ਸਾਡੇ ਮੈਡੀਕਲ ਸਿਸਟਮ 'ਤੇ ਕੋਈ ਭਾਰ ਨਹੀਂ ਪਏਗਾ, ਕੋਈ ਮੈਡੀਕਲ ਸਰਵਿਸਿਜ਼ ਦੀ ਲੋੜ ਹੈ ਇੰਸ਼ੋਰੈਂਸ ਨੇ ਕਵਰ ਕਰ ਦਿਆ। ਠੀਕ ਹੈ, ਕਵਰੇਜ ਮਿਨੀਮਮ 100,000 ਦੀ। ਇੱਦਾਂ ਵੀ ਨਹੀਂ ਕਿ ਲੋਕਾਂ ਨੇ ਸਿਰਫ 10, 20, 25 ਹਜ਼ਾਰ ਦੀ ਇੰਸ਼ੋਰੈਂਸ ਲੈ ਕੇ ਆਪਣਾ ਖਾਨਾ ਪੂਰਾ ਕਰ ਲਿਆ ਅਤੇ ਮੈਡੀਕਲ ਸਰਵਿਸਿਜ਼ ਦੀ ਜ਼ਿਆਦਾ ਲੋੜ ਹੈ ਅਤੇ ਇੰਸ਼ੋਰੈਂਸ ਹੈ ਬਿਲਕੁਲ 100,000 ਦੀ ਕਵਰੇਜ ਰੱਖ ਲਈ। ਥਰਡ ਰਿਕੁਆਇਰਮੈਂਟ, ਜਦੋਂ ਤੁਸੀਂ ਕੈਨੇਡੀਅਨ ਇੰਸ਼ੋਰੈਂਸ ਕੰਪਨੀ ਤੋਂ ਹੀ ਬਾਏ ਕਰਨੀ ਹੈ, ਦੈਟ ਮੀਨਸ ਜਿਹੜਾ ਮਨੀ ਸਰਕੂਲੇਟ ਹੋਏਗਾ ਉਹ ਕੈਨੇਡੀਅਨ ਇਕੋਨਮੀ ਵਿੱਚ ਹੋਏਗਾ। ਸੋ ਇਟਸ ਅ ਵਿਨ ਫॉर एवरीवन। ਕੈਨੇਡਾ ਵਾਸਤੇ ਵੀ ਵਿਨ ਹੈ, ਤੁਹਾਡੇ ਲਈ ਵੀ ਵਿਨ ਹੈ ਕਿ ਤੁਹਾਡੇ ਪੇਰੈਂਟਸ ਜਲਦੀ ਆ ਸਕਦੇ ਨੇ। ਯੂ ਡੋਂਟ ਹੈਵ ਟੂ ਵੇਟ ਫॉर 8 years 9 years। ਤੁਸੀਂ ਆਪਣੇ ਪੇਰੈਂਟਸ ਨੂੰ ਬੁਲਾਓ। ਉਸ ਟਾਈਮ ਵਿੱਚ 2 ਸਾਲ ਸੀ ਰਿਕੁਆਇਰਮੈਂਟ, ਅੱਜ ਦੀ ਡੇਟ ਵਿੱਚ ਉਹ ਰਿਕੁਆਇਰਮੈਂਟ ਅੱਜ ਦੀ ਡੇਟ ਵਿੱਚ ਐਲੀਜੀਬਿਲਿਟੀ ਉਹਨਾਂ ਦੀ ਇੱਥੇ ਆ ਕੇ 5 ਸਾਲ ਤੱਕ ਲਗਾਤਾਰ ਉਹ ਰਹਿ ਸਕਦੇ। ਦੇ ਮਸਟ ਮੇਨਟੇਨ ਇੰਸ਼ੋਰੈਂਸ ਐਂਡ ਆਲ ਦੈਟ, ਬਟ 5 ਸਾਲ ਤੱਕ ਰਹਿ ਸਕਦੇ ਨੇ। ਅਤੇ ਜਿੱਥੇ ਤੱਕ ਮੈਂ ਪੜ੍ਹਿਆ
even after 5 years you can get another 2-year extension. Okay. So 7 ਸਾਲ ਤੱਕ ਤੁਸੀਂ ਰਹਿ ਸਕਦੇ ਹੋ on super visa ਹੈ। ਠੀਕ ਹੈ। ਇਹਦੇ ਵਿੱਚ ਇੰਸ਼ੋਰੈਂਸ ਪ੍ਰੋਡਕਟ ਇਜ਼ ਅ ਵੇਸਟ ਆਫ ਮਨੀ, ਬਹੁਤ ਲੋਕੀ ਇਦਾਂ ਮਾਰਦੇ ਆ। ਵਾਟ ਇਜ਼ ਯੂਰ ਟੇਕ ਔਨ ਦੈਟ? ਐਬਸੋਲੂਟਲੀ, ਜੇ ਤੁਹਾਨੂੰ ਕਦੀ ਇਹਦੀ ਲੋੜ ਨਹੀਂ ਪਈ। I was one of them। ਜਦੋਂ ਮੈਂ ਇੰਸ਼ੋਰੈਂਸ ਇੰਡਸਟਰੀ ਵਿੱਚ ਨਹੀਂ ਸੀਗਾ, I used to curse ਕਿ ਇੰਸ਼ੋਰੈਂਸ ਇਜ਼ ਅ ਸਕੈਮ, ਲੁੱਟਦੇ ਨੇ, ਠੀਕ ਹੈ। ਲੇਕਿਨ ਜਦੋਂ ਹੁਣ ਮੈਂ ਇੰਸ਼ੋਰੈਂਸ ਇੰਡਸਟਰੀ 'ਚ ਆਇਆ, ਮੈਂ ਰੋਜ਼ ਆਲਮੋਸਟ ਕਿਤੇ ਨਾ ਕਿਤੇ ਕੋਈ ਨਾ ਕੋਈ ਕਲੇਮ ਦੇਖਦਾ, ਐਂਡ ਦੈਟ ਇਜ਼ ਵੈਨ ਆਈ ਸੀ ਕਿ ਕਿੰਨੇ ਕਲੇਮ ਪੇ ਕਰਦੇ, ਕਿੰਨੇ ਕਲੇਮ ਪੇ ਨਹੀਂ ਕਰਦੇ, ਠੀਕ ਹੈ। ਹੁਣ ਕਈ ਵਾਰ ਕੀ ਹੁੰਦਾ ਹੈ ਕਿ ਜਿੱਥੋਂ ਆਪਾਂ ਆਏ ਹਾਂ ਇੰਡੀਆ ਤੋਂ, ਉੱਥੇ ਇੰਸ਼ੋਰੈਂਸ ਤੁਹਾਡੇ ਕੋਲ ਹੋਵੇ ਵੀ, ਅਤੇ ਤੁਹਾਨੂੰ ਪਤਾ ਹੈ ਕਿ ਉੱਥੇ ਕਲੇਮ ਲੈਣਾ ਕਿੰਨਾ ਔਖਾ ਹੈ, ਕਿੰਨਾ ਉੱਥੇ ਬਰਾਈਬਸ ਕਰਨੀਆਂ ਪੈਂਦੀਆਂ, ਕੀ ਕਰਨਾ ਪੈਂਦਾ ਉੱਥੇ ਆਪਣਾ ਕਲੇਮ ਲੈਣ ਵਾਸਤੇ, ਠੀਕ ਹੈ। ਇਸ ਕਰਕੇ ਸਾਡੇ ਵਿੱਚ ਉਹ ਧਾਰਨਾ ਜੀ ਬਣ ਗਈ ਹੈ ਕਿ ਹਾਂ ਇੰਸ਼ੋਰੈਂਸ ਲੈਣੀ, ਇੰਸ਼ੋਰੈਂਸ ਨੇ ਤਾਂ ਪਰੇਸ਼ਾਨ ਹੀ ਕਰਨਾ ਹਮੇਸ਼ਾ, ਠੀਕ ਹੈ, ਇੱਥੇ ਕਲੇਮ ਨਹੀਂ ਮਿਲਣਾ। ਬਟ ਇੱਥੇ ਕੈਨੇਡਾ 'ਚ ਉੱਦਾਂ ਨਹੀਂ ਹੈ। ਐਜ਼ ਲੌਂਗ ਐਜ਼ ਯੂ ਫੋਲੋ ਦ ਟਰਮਸ ਐਂਡ ਕੰਡੀਸ਼ਨਸ ਆਫ ਦ ਪੋਲਿਸੀ, ਮੈਂ ਅੱਜ ਤੱਕ ਕੋਈ ਕਲੇਮ ਡਿਨਾਈ ਹੁੰਦਾ ਦੇਖਿਆ ਨਹੀਂ, ਐਜ਼ ਲੌਂਗ ਐਜ਼ ਯੂ ਫੋਲੋ ਦ ਟਰਮਸ ਐਂਡ ਕੰਡੀਸ਼ਨਸ ਆਫ ਦ ਪੋਲਿਸੀ। ਐਂਡ ਅਗੇਨ I personally believe not because कि मैं sell कर रहा insurance, because I have seen claims from my own experiences, ਇੰਨੇ ਸਾਲਾਂ ਦੇ experience ਤੋਂ ਮੈਂ ਖੁਦ ਦੇਖਦਾ ਕਿ ਕਿਸ ਤਰ੍ਹਾਂ ਉਹ ਪੇ ਕਰਦੇ ਨੇ। And these companies, just to give you an example, ਹੁਣ ਕੁਝ companies ਜਿਹੜੀਆਂ Manulife company ਹੈ ਜਾਂ ਫਿਰ 21st century, these companies are more than 100-year old। 21st century company, they are going ਸਿਰਫ for travel insurance ਹੀ ਕਰਦੇ ਨੇ। they've been here since 1974। ਸੋ ਹੁਣ ਤੁਸੀਂ ਖੁਦ ਸੋਚ ਕੇ ਦੇਖੋ, ਜੋ ਕੰਪਨੀ 50 ਸਾਲ ਕੰਪਨੀ ਨੂੰ ਹੋ ਗਏ ਜਾਂ 100 ਸਾਲ ਕੰਪਨੀ ਨੂੰ ਹੋ ਗਏ, do you really think those companies will exist ਜੇ ਉਹ claim pay ਨਾ ਕਰਨ? ਮੈਂ ਇਹ ਨਹੀਂ ਕਹਿ ਰਿਹਾ ਕਿ claim deny ਨਹੀਂ ਹੁੰਦੇ, ਉਹ ਹੁੰਦੇ ਨੇ, ਬਟ ਅਗੇਨ ਕਿਉਂ ਹੁੰਦੇ ਨੇ? ਬਿਕੋਜ਼ ਈਦਰ ਯੂ ਹੈਵਨਟ ਬੌਟ ਦ ਰਾਈਟ ਪੋਲਿਸੀ, ਜਾਂ ਤੁਸੀਂ ਟਰਮਸ ਐਂਡ ਕੰਡੀਸ਼ਨਸ ਉਹਦੀਆਂ ਫੋਲੋ ਨਹੀਂ। ਓਕੇ, ਜਦੋਂ ਪੇਰੈਂਟਸ ਆਪਣੇ ਆ ਰਹੇ, ਸਪੈਸੀਫਿਕਲੀ ਪੇਰੈਂਟਸ ਸੁਪਰ ਵੀਜ਼ਾ ਦੀ ਗੱਲ ਕਰੂੰਗਾ ਮੈਂ। ਤੁਸੀਂ ਜਿਵੇਂ ਦੱਸਿਆ ਕਿ 50s 60s ਦੇ ਵਿੱਚ ਹੁੰਦੇ ਆ ਜਦੋਂ ਪੇਰੈਂਟਸ ਆਉਂਦੇ ਆ, ਸਪੈਸ਼ਲੀ ਕੈਨੇਡਾ। ਉਹਨਾਂ ਕੋਲ ਆਫਕੋਰਸ ਸਾਡੇ ਪਿੱਛੇ ਹੈਲਥ ਕੰਡੀਸ਼ਨਸ ਕਈ ਵਾਰ ਹੁੰਦੀ ਆ, ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ, ਉਹ ਕਿੱਦਾਂ ਇੰਪੈਕਟ ਪਾਉਂਦੀ ਹੈ? ਓਕੇ, ਐਕਚੁਅਲੀ ਰਿਸ਼ਵ, ਦਿਸ ਇਜ਼ ਪ੍ਰੋਬੇਬਲੀ ਦ ਮੋਸਟ ਇੰਪੋਰਟੈਂਟ ਕੁਐਸਚਨ ਜਿਹੜੇ ਆਪਣੇ ਸੁਪਰ ਵੀਜ਼ਾ 'ਤੇ ਆਉਂਦੇ ਨੇ ਵਿਜ਼ਟਰਸ, ਸਪੈਸ਼ਲੀ ਪੇਰੈਂਟਸ ਵਾਸਤੇ। ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨਸ ਦਾ ਪਹਿਲੀ ਗੱਲ ਮਤਲਬ ਹੈ ਕਿ ਜੋ ਵੀ ਮੈਡੀਕਲ ਕੰਡੀਸ਼ਨਸ ਉਹਨਾਂ ਦੇ ਆਉਣ ਤੋਂ ਪਹਿਲਾਂ ਐਗਜ਼ਿਸਟ ਕਰਦੀਆਂ ਕੈਨੇਡਾ ਆਉਣ ਤੋਂ ਪਹਿਲਾਂ। ਐਂਡ ਐਜ਼ ਯੂ ਸੈਡ, ਬਹੁਤ ਵਾਰ ਹੁੰਦਾ ਹੈ ਕਿ ਪੇਰੈਂਟਸ ਜਦੋਂ ਇਸ ਏਜ ਵਿੱਚ ਆਉਂਦੇ ਨੇ 50, 60, 70, ਕੁਛ ਨਾ ਕੁਛ ਓਬਵੀਅਸਲੀ ਬੋਡੀ 'ਚ ਚੱਲ ਰਿਹਾ। ਸੋ ਜਿਹੜੀ ਇਹ ਸੁਪਰ ਵੀਜ਼ਾ ਇੰਸ਼ੋਰੈਂਸ ਹੈ ਜਾਂ ਵਿਜ਼ਟਰਸ ਟੂ ਕੈਨੇਡਾ ਇੰਸ਼ੋਰੈਂਸ ਹੈ, ਦੋ ਟਾਈਪ ਦੀ ਹੁੰਦੀ। ਪਹਿਲੀ ਟਾਈਪ ਦੀ ਪੋਲਿਸੀ ਹੈ, ਉਹਦੇ ਵਿੱਚ ਆਪਾਂ ਕਹਿੰਦੇ ਕਵਰੇਜ ਵਿਦਆਊਟ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨਸ, ਠੀਕ ਹੈ। ਉਹਦਾ ਮਤਲਬ ਇਹ ਹੈ ਕਿ ਇੰਸ਼ੋਰੈਂਸ ਕੰਪਨੀ ਵਿਲ ਨਾਟ ਪੇ ਐਨੀ ਕਲੇਮ ਔਰ ਐਨੀ ਐਕਸਪੈਂਸਿਸ that is related to pre-existing condition, ਕਿ ਜੋ ਉਹਨਾਂ ਨੂੰ ਕੋਈ ਪਹਿਲਾਂ ਕੰਡੀਸ਼ਨ ਸੀਗੀ, if it is considered pre-existing, insurance company will not pay the claim, ਚਾਹੇ ਉਹ ਕੰਡੀਸ਼ਨ ਤੁਹਾਨੂੰ ਪਤਾ ਹੈ ਉਸ ਬਾਰੇ ਜਾਂ ਨਹੀਂ ਪਤਾ, ਚਾਹੇ ਉਹ ਕਦੀ ਡਾਇਗਨੋਜ਼ ਹੋਈ ਹੈ ਜਾਂ ਨਹੀਂ ਹੋਈ ਹੈ, they will not pay the claim। ਸੈਕੰਡ ਟਾਈਪ ਦੀ ਜਿਹੜੀ ਪੋਲਿਸੀ ਹੁੰਦੀ ਹੈ, ਉਹ ਹੁੰਦੀ ਹੈ ਕਵਰੇਜ ਵਿਦ ਪ੍ਰੀ ਐਗਜ਼ਿਸਟਿੰਗ ਔਰ ਕਵਰੇਜ ਵਿਦ ਸਟੇਬਲ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ। ਉਹਦਾ ਮਤਲਬ ਇਹ ਹੈ ਕਿ ਜੇ ਤੁਹਾਡੇ ਪੇਰੈਂਟਸ ਨੂੰ ਕੋਈ ਮੈਡੀਕਲ ਕੰਡੀਸ਼ਨ ਹੈ, ਐਂਡ ਐਜ਼ ਲੌਂਗ ਐਜ਼ ਇਟ ਇਜ਼ ਸਟੇਬਲ ਫॉर 90, 120 ਔਰ 180 ਡੇਜ਼ ਬਿਫੋਰ ਦੇ ਕਮ ਹੇਅਰ, ਦੇ ਵਿਲ ਕਵਰ ਦਾ ਕਲੇਮ। ਹੁਣ ਸਟੇਬਿਲਿਟੀ ਨੂੰ ਮੈਂ ਥੋੜ੍ਹਾ ਜਿਹਾ ਬਾਅਦ 'ਚੋਂ ਐਕਸਪਲੇਨ ਕਰਦਾ, ਬਟ ਬਿਫੋਰ ਦੈਟ ਲੈਟ ਮੀ ਗਿਵ ਯੂ ਐਨ ਐਗਜ਼ਾਮਪਲ। ਹੁਣ ਸਪੋਜ਼ ਕਿਸੇ ਦੇ ਪੇਰੈਂਟਸ ਇੱਥੇ ਆਏ, ਠੀਕ ਹੈ, ਉਹਨਾਂ ਦੀ ਸਪੋਜ਼ ਆਪਾਂ ਏਜ 55 ਰੱਖ ਲੈਂਦੇ ਹਾਂ, because these are couple of claims that had actually happened। 55 ਦੀ ਏਜ ਵਿੱਚ ਆਏ, ਉਹਨਾਂ ਨੂੰ ਕੋਈ ਮੈਡੀਕਲ ਕੰਡੀਸ਼ਨ ਨਹੀਂ ਹੈ, ਕੋਈ ਸਿੰਪਟਮਸ ਨਹੀਂ ਹੈ, ਕੋਈ ਦਵਾਈ ਨਹੀਂ ਖਾਂਦੇ, ਕੋਈ ਕੁਛ ਨਹੀਂ ਖਾਂਦੇ। ਹੁਣ ਬਹੁਤ ਵਾਰ ਕਲਾਇੰਟਸ ਪੁੱਛ ਲੈਂਦੇ ਨੇ ਕਿ ਯਾਰ ਮੇਰੇ ਤਾਂ ਪੇਰੈਂਟਸ ਨੂੰ ਕੋਈ ਪ੍ਰੋਬਲਮ ਹੈ ਹੀ ਨਹੀਂ, ਅਤੇ ਮੈਂ ਇਸ ਤਰ੍ਹਾਂ ਦੀ ਪੋਲਿਸੀ ਕਿਉਂ ਲਵਾਂ ਜਿਹਦੇ ਵਿੱਚ ਪ੍ਰੀ ਐਗਜ਼ਿਸਟਿੰਗ ਕਵਰ ਹੋਏ ਜਦੋਂ ਉਹਨਾਂ ਨੂੰ ਕੁਝ ਹੈ ਹੀ ਨਹੀਂ, ਰਾਈਟ? ਵਾਈ ਸ਼ੁੱਡ ਆਈ ਸਪੈਂਡ ਐਕਸਟਰਾ ਮਨੀ to buy a pre-existing clause when they don't even have any medical condition? ਸੋ ਕਈ ਵਾਰ ਕੀ ਹੁੰਦਾ ਰਸ਼ਵ, ਦੇਖੋ ਪੇਰੈਂਟਸ ਇੱਥੇ ਆਏ, ਤੁਹਾਨੂੰ ਵੀ ਪਤਾ ਬੋਡੀ ਵਿੱਚ ਕੀ ਚੱਲ ਰਿਹਾ, ਠੀਕ ਹੈ। ਹੁਣ ਰੀਅਲ ਟਾਈਮ ਐਗਜ਼ਾਮਪਲ, ਕਿਸੇ ਦੇ ਡੈਡ ਇੱਥੇ ਆਏ, ਉਹਨਾਂ ਦੀ ਏਜ ਕਰੀਬਨ ਉਹੀ 55 ਸੀ, ਇੱਥੇ ਆ ਕੇ ਉਹਨਾਂ ਨੇ ਢਿੱਡ 'ਚ ਦਰਦ ਹੋਇਆ, ਹਸਪੀਟਲ ਲੈ ਕੇ ਗਏ, ਪਤਾ ਲੱਗਾ ਕਿਡਨੀ ਸਟੋਨਸ ਨੇ,
ਨਾਓ ਕਿਡਨੀ ਸਟੋਨ ਜਿਹੜੇ ਇਟ ਵਾਜ਼ ਨੈਵਰ ਡਾਇਗਨੋਸਡ ਬਿਫੋਰ, ਨਾ ਉਹਨਾਂ ਨੂੰ ਪਤਾ ਸੀਗਾ ਪਹਿਲਾਂ, ਕੋਈ ਸਿੰਪਟਮ ਨਹੀਂ ਸੀਗੇ, ਕੋਈ ਕੁਝ ਨਹੀਂ ਸੀਗਾ। ਹਾਰਡਲੀ 1.5 ਮਹੀਨੇ ਬਾਅਦ ਆ ਕੇ ਉਹਨਾਂ ਦੇ ਕਿਡਨੀ ਸਟੋਨਸ ਡਾਇਗਨੋਸ ਹੋ। ਹੁਣ ਉਸ ਪਰਸਨ ਨੇ ਜੇ ਵਿਦਆਊਟ ਪ੍ਰੀ ਐਗਜ਼ਿਸਟਿੰਗ ਪੋਲਿਸੀ ਲਿੱਤੀ ਹੁੰਦੀ ਤੇ ਇੰਸ਼ੋਰੈਂਸ ਕੰਪਨੀ ਨੇ ਹੱਥ ਖੜੇ ਕਰ ਦੇਣੇ ਸੀ ਜੀ ਅਸੀਂ ਕਲੇਮ ਨਹੀਂ ਪਾਸ ਕਰਨਾ, ਕਿਉਂਕਿ 1.5 ਮਹੀਨੇ ਵਿੱਚ ਤਾਂ ਕਿਡਨੀ ਸਟੋਨ ਨਹੀਂ ਹੋ ਸਕਦਾ ਨਾ। ਇਟ ਵਾਜ਼ ਐਗਜ਼ਿਸਟਿੰਗ ਬਿਫੋਰ ਹੀ ਅਰਾਈਵਡ ਬਟ ਨੈਵਰ ਡਾਇਗਨੋਸਡ ਬਿਫੋਰ। ਓਕੇ, ਸੋ ਇੰਸ਼ੋਰੈਂਸ ਕੰਪਨੀ ਨੇ ਪੇ ਨਹੀਂ ਕਰਨਾ। ਹੁਣ ਔਨ ਦਾ ਅਦਰ ਐਂਡ ਜੇ ਉਹਨਾਂ ਨੇ ਦੂਸਰੀ ਪੋਲਿਸੀ ਲਿੱਤੀ ਹੁੰਦੀ ਕਿ ਪ੍ਰੀ ਐਗਜ਼ਿਸਟਿੰਗ ਵਾਲੀ ਕਵਰੇਜ ਦੀ ਪੋਲਿਸੀ ਲਿੱਤੀ, ਦੇ ਵਿਲ ਬੀ ਕਵਰਿੰਗ ਦਾ ਕਲੇਮ, ਕਿਉਂਕਿ ਜਦ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਕੋਈ ਮੈਡੀਕਲ ਕੰਡੀਸ਼ਨ ਹੈ, ਦੈਟ ਮੀਨਸ ਦ ਕੰਡੀਸ਼ਨ ਵਾਸ ਸਟੇਬਲ ਐਂਡ ਦੈਟ ਇਜ਼ ਵੈਨ ਦੇ ਵਿਲ ਪੇ ਦ ਪੋਲਿਸੀ। ਠੀਕ ਹੈ। ਸੇਮ ਚੀਜ਼ ਰੀਸੈਂਟ ਕਲੇਮ ਹੋਇਆ, ਕਿਸੇ ਦੇ ਮਦਰ ਆਏ, ਉਹਨਾਂ ਦਾ ਅਪੈਂਡਿਕਸ ਜਿਹੜਾ ਸੀਗਾ ਉਹ ਇਨਲਾਰਜ ਹੋਇਆ ਪਿਆ ਸੀ। ਓਕੇ, ਅਗੇਨ ਟੈਸਟ ਸਟਾਰਟ ਹੋਇਆ, ਪਤਾ ਲੱਗਾ ਸੀਟੀ ਸਕੈਨ ਵਗੈਰਾ ਕੀਤਾ ਕਿ ਅਪੈਂਡਿਕਸ ਇਨਲਾਰਜ ਹੈ। ਹੁਣ ਉਹ ਰਾਤੋਂ ਰਾਤ ਅਪੈਂਡਿਕਸ ਇਨਲਾਰਜ ਹੋਣਾ ਨਹੀਂ। ਇਫ ਇਟ ਇਜ਼ ਸਮ ਪਰਸਨ ਡਿਡ ਨਾਟ ਬਾਈ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ, ਉਹਨਾਂ ਨੂੰ ਲੱਗਦਾ ਕਿ ਹਾਂ ਮੇਰੇ ਪੇਰੈਂਟਸ ਤਾਂ ਬਹੁਤ ਹੈਲਦੀ ਹੈ, ਦੇ ਆਰ ਓਨਲੀ ਇਨ ਦੇਅਰ 50s, ਕੁਛ ਵੀ ਨਹੀਂ ਹੋਇਆ ਅੱਜ ਤੇ, ਕੋਈ ਦਵਾਈ ਨਹੀਂ ਚੱਲਦੀ, ਬਹੁਤ ਹੈਲਦੀ ਹੈ, ਲੈਟਸ ਨਾਟ ਸਪੈਂਡ ਅਨਦਰ $200-400. That's the difference. Now, having said that, even if you buy a pre-existing medical condition, sometimes claims get denied. ਰੀਅਲੀ? Absolutely. क्योंकि ਉਹਦਾ further clause ਕੀ ਹੈ, even if you buy pre-existing condition, ਉਹਨਾਂ ਨੇ ਮੈਂ ਕੀ ਕਿਹਾ ਸੀਗਾ, your condition must be stable. ਹੁਣ stable ਕਿੰਨੇ ਟਾਈਮ 'ਚ ਹੋਣਾ ਚਾਹੀਦਾ ਹੈ? 90 days, 120 days or 180 days depending on parents' age and insurance company. ਸਟੇਬਿਲਿਟੀ ਦਾ ਕੀ ਮਤਲਬ ਹੈ? ਸਟੇਬਿਲਿਟੀ ਦਾ ਮਤਲਬ ਹੈ ਕਿ ਅਗੇਨ ਆਉਣ ਤੋਂ ਪਹਿਲਾਂ ਉਹਨਾਂ ਦੀ ਕੋਈ ਹੌਸਪਿਟਲਾਈਜੇਸ਼ਨ ਨਹੀਂ ਹੋਣੀ ਚਾਹੀਦੀ ਉਸ ਟਾਈਮ ਪੀਰੀਅਡ ਵਿੱਚ, ਕੋਈ ਮੈਡੀਕੇਸ਼ਨ ਵਿੱਚ ਚੇਂਜਸ ਵੀ ਹੋਣੇ ਚਾਹੀਦੇ। ਹੁਣ ਜੇ ਉੱਥੇ ਸਪੋਜ਼ ਕੋਈ ਡਾਇਬੀਟੀਜ਼ ਦੀ ਮੈਡੀਕੇਸ਼ਨ ਖਾ ਰਿਹਾ ਤੇ 10 mg ਦੀ ਟੈਬਲੇਟ ਖਾ ਰਿਹਾ in last 90 days, 120 days or 180 days, again depending on age and insurance company, that medication should not be changed. ਜੇ ਉਹ 10 mg ਹੈ ਤਾਂ 10 mg ਹੀ ਹੋਣਾ ਚਾਹੀਦਾ, ਨਾ ਤੇ 5 mg ਉਹ ਘਟਣੀ ਵੀ ਨਹੀਂ ਚਾਹੀਦੀ ਤੇ ਵਧਣੀ ਵੀ ਨਹੀਂ ਚਾਹੀਦੀ। ਓਕੇ, ਈਵਨ ਸਟਾਪੇਜ ਆਫ ਮੈਡੀਕੇਸ਼ਨ ਕਿ ਹਾਂਜੀ ਮੇਰੇ ਤਾਂ ਪੇਰੈਂਟਸ ਠੀਕ ਹੋ ਗਏ ਸੀਗੇ, ਉਹਨਾਂ ਦਾ ਬਲੱਡ ਪ੍ਰੈਸ਼ਰ ਠੀਕ ਹੋ ਗਿਆ ਸੀ ਤੇ ਉਹਨਾਂ ਨੇ ਛੱਡਤੀ। Stoppage of medication during that stability period is considered unstable. Believe it or not, even change of branding, कि brand change करता, even that is considered unstable. ਤੁਹਾਨੂੰ ਅਜੀਬ ਲੱਗੇਗੀ ਇਹ ਚੀਜ਼, ਲੇਕਿਨ ਜਦੋਂ ਤੁਹਾਡਾ ਸਿਰ ਦਰਦ ਹੁੰਦਾ ਤੁਸੀਂ ਐਡਵਿਨ ਵੀ ਲੈ ਸਕਦੇ ਹੋ, ਟੈਨਾਨੋਲ ਵੀ ਲੈ ਸਕਦੇ ਹੋ ਤੇ ਨੈਪਰੋਕਸਨ ਵੀ ਲੈ ਸਕਦੇ ਹੋ। ਤਿੰਨੋਂ ਹੀ ਕੰਮ ਕਰਦੀਆਂ ਸਿਰ ਦਰਦ ਦੇ ਕੇਸ ਵਿੱਚ। ਬਿਲਕੁਲ ਠੀਕ ਹੈ, completely 3 different brands, 3 different sorts. That is why even change of branding is considered change in medication. So insurance company ਦੇ ਕਹਿਣ ਦਾ ਮਤਲਬ ਹੈ ਕਿ ਜੋ ਵੀ ਤੁਹਾਡਾ stability period ਹੈ, ਤੁਹਾਡੀ ਮੈਡੀਕਲ ਕੰਡੀਸ਼ਨ ਜਾਂ ਮੈਡੀਕੇਸ਼ਨ ਵਿੱਚ ਕੋਈ ਚੇਂਜਸ ਨਹੀਂ ਹੋਣੇ ਚਾਹੀਦੇ। ਜੇ ਕੋਈ ਚੇਂਜਸ ਨਹੀਂ ਹੈਗੇ then perfectly okay, they will pay the claim. ਓਕੇ। ਤੇ ਐਗਜ਼ਾਮਪਲ ਕੋਈ ਪੇਰੈਂਟਸ ਆ ਰਿਹਾ, ਫਾਦਰ ਨੂੰ ਫੋਰ ਐਗਜ਼ਾਮਪਲ ਹਾਰਟ ਸਰਜਰੀ ਹੋਈ ਹੈ ਨਾ, ਠੀਕ ਹੈ, ਤੇ ਉਹਨਾਂ ਦੀ ਮੈਡੀਕੇਸ਼ਨ ਚੱਲ ਰਹੀ ਹੈ ਤੇ ਹਾਰਟ ਸਰਜਰੀ ਵੀ ਕਾਫੀ ਦੇਰ ਹੋ ਗਈ ਉਹਨੂੰ, ਹੈ ਨਾ। ਠੀਕ ਹੈ, ਸਟੇਬਲ ਕੰਡੀਸ਼ਨ, ਮੈਡੀਕੇਸ਼ਨ ਜਿਹੜੀ ਪ੍ਰੋਪਰ ਚੱਲ ਰਹੀ ਆ। ਹੁਣ ਅਫਕੋਰਸ ਕਈ ਵਾਰ ਹੁੰਦਾ ਡਾਕਟਰ ਕੋਲ ਜਾਂਦੇ ਆ, ਦੇ ਐਨਾਲਾਈਜ਼ ਐਂਡ ਅਕੋਰਡਿੰਗਲੀ ਡੋਸੇਜ ਕਦੇ ਵਧਾ ਦਿੰਦੇ, ਕਦੇ ਘਟਾ ਦਿੰਦੇ, ਹੈ ਨਾ। ਤੇ ਉਹਦੇ ਨਾਲ ਕੀ ਇੰਪੈਕਟ ਪਏਗਾ ਜੇ ਡਾਕਟਰ ਦੀ ਰეკਮੈਂਡੇਸ਼ਨ ਤੇ ਵੀ ਚੇਂਜ ਹੁੰਦੀ ਹੈ? ਡਜ਼ਨਟ ਮੈਟਰ ਡਾਕਟਰ ਦੀ ਰეკਮੈਂਡੇਸ਼ਨ ਕੀ ਹੈ, ਡਾਕਟਰ ਨੇ ਉਹ ਕਰਨਾ ਜੋ ਤੁਹਾਡੇ ਪੇਰੈਂਟਸ ਵਾਸਤੇ ਠੀਕ ਹੈ। ਲੇਕਿਨ ਅਨਫੋਰਚੂਨੇਟਲੀ ਮੈਂ ਆਪਣੇ ਕੁਝ ਕਲਾਇੰਟਸ ਤੋਂ ਹੀ ਸੁਣਿਆ ਜਿੱਦਾਂ ਕਿ ਉੱਥੇ ਜਿਹੜੇ ਡਾਕਟਰਸ ਹੈਗੇ ਉਹਨਾਂ ਨੂੰ ਵੀ ਆਦਤ ਹੈ ਕਿ ਜਦੋਂ ਉਹਨਾਂ ਕੋਲ ਜਾਓ ਕੋਈ ਨਾ ਕੋਈ ਦਵਾਈ ਹੋਏ ਨਾ ਤੇ ਜਾਂ ਤੇ ਨਵੀਂ ਦਵਾਈ ਸ਼ੁਰੂ ਕਰ ਦਿੰਦੇ ਨੇ ਜਾਂ ਪੁਰਾਣੀ ਚੇਂਜ ਕਰ ਦਿੰਦੇ ਨੇ। ਡਜ਼ਨਟ ਮੈਟਰ ਡਾਕਟਰ ਕੀ ਕਹਿ ਰਿਹਾ, ਇੰਸ਼ੋਰੈਂਸ ਕੰਪਨੀ ਨੇ ਤਾਂ ਦੇਖਣਾ ਹੈ ਕਿ ਕੀ ਤੁਹਾਡੀ ਮੈਡੀਕੇਸ਼ਨ ਵਿੱਚ ਕੋਈ ਚੇਂਜ ਆਇਆ ਹੈ ਜਾਂ ਨਹੀਂ ਆਇਆ। ਜੇ ਮੈਡੀਕੇਸ਼ਨ ਚੇਂਜ ਹੁੰਦੇ, ਖੁਦ ਸੋਚ ਕੇ ਦੇਖੋ ਐਜ਼ ਐਨ ਇੰਸ਼ੋਰੈਂਸ ਕੰਪਨੀ, ਤੁਸੀਂ ਡਾਕਟਰ ਕੋਲ ਗਏ, ਡਾਕਟਰ ਨੇ ਕਿਹਾ ਕਿ ਹਾਂ ਜੀ ਇੱਕ ਮੈਡੀਕੇਸ਼ਨ ਹੋਰ ਲੈ ਲਓ ਤੁਸੀਂ, ਵਿੱਚ ਵੀ ਤੁਹਾਨੂੰ ਹੋਰ ਮੈਡੀਕੇਸ਼ਨ ਦੀ ਲੋੜ ਹੈ, ਤੁਹਾਡੀ ਕੰਡੀਸ਼ਨ ਸਟੇਬਲ ਨਹੀਂ ਹੈ। ਜੇ ਤੁਹਾਡੀ ਕੰਡੀਸ਼ਨ ਸਟੇਬਲ ਹੈ ਤੇ ਡਾਕਟਰ ਤੁਹਾਡੀ ਦਵਾਈ ਨਾ ਤਾਂ ਵਧਾਏਗਾ ਨਾ ਘਟਾਏਗਾ। ਵਾਈ ਵੁੱਡ ਦ ਡਾਕਟਰ ਚੇਂਜ ਦੈਟ? ਜਿੱਦਾਂ ਤੁਸੀਂ ਕਿਹਾ ਕਿ ਹਾਰਟ ਦੀ ਮੈਡੀਕੇਸ਼ਨ ਖਾ ਰਹੇ ਨੇ, ਕਾਫੀ ਸਾਲ ਪਹਿਲਾਂ ਉਹਨਾਂ ਨੂੰ ਹੋਇਆ ਸੀਗਾ, ਜਦੋਂ ਮੈਡੀਕੇਸ਼ਨ ਉੱਪਰ ਥੱਲੇ ਹੋ ਰਹੀ ਹੈ ਤਾਂ ਮਤਲਬ ਕੰਡੀਸ਼ਨ ਸਟੇਬਲ ਨਹੀਂ ਹੈ, ਕੁਛ ਨਾ ਕੁਛ ਤਾਂ ਚੇਂਜ ਹੈ ਹੈਲਥ ਵਿੱਚ, ਤਾਂ ਹੀ ਚੇਂਜ ਕਰ ਰਹੇ ਨਾ ਡਾਕਟਰ। ਓਕੇ, that's what the insurance company's argument is, and I think that is pretty valid. ਓਕੇ। ਐਂਡ ਹਾਊ ਅਬਾਊਟ ਮਲਟੀਵਿਟਾਮਿਨਸ?
ਉਹਨਾਂ ਨੂੰ ਵੀ ਕੰਸੀਡਰ Where the vitamins are not medications. These are prescription medications for medical conditions. Multivitamins are multivitamins. ਠੀਕ ਹੈ ਜੀ ਠੀਕ ਹੈ ਹੁਣ ਕਈ ਵਾਰ ਇੱਕ ਹੋਰ ਚੀਜ਼ ਦੱਸਾਂ ਕਿਉਂਕਿ ਦਿਸ ਇਜ਼ ਕਾਈਂਡ ਆਫ ਵੈਰੀ ਕਾਮਨ ਸਪੈਸ਼ਲੀ ਪੰਜਾਬ ਤੋਂ ਜਾਂ ਗੁਜਰਾਤ ਤੋਂ ਜਿਹੜੇ ਲੋਕੀ ਆਉਂਦੇ ਨੇ ਲੋਕੀ ਕਈ ਵਾਰ ਡਾਕਟਰ ਕੋਲ ਜਾਂਦੇ ਵੀ ਨੇ ਉੱਥੇ ਫਾਰਮੇਸੀ ਕੋਈ ਜਾ ਕੇ ਫਾਰਮਾਸਿਸਟ ਤੋਂ ਦਵਾਈ ਲਿੱਤੀ ਤੇ ਆਪਣਾ ਕੰਮ ਚਲਾ ਦੇ ਠੀਕ ਹੈ I'm able to relate. ਹੈ I'm able to relate. ਹਾਂ ਸੋ ਬਿਕੋਜ਼ ਦੇਖੋ ਮੈਂ ਅੱਜ ਤਾਂ ਨਹੀਂ ਕਹਿ ਸਕਦਾ ਅੱਜ ਤਾਂ ਫਿਰ ਵੀ ਥੋੜੇ ਰਿਕਾਰਡਸ ਬਣਾਉਂਦੇ ਹੋਣਗੇ ਡਾਕਟਰ ਮੈਂ ਕਰੀਬਨ 20-25 ਸਾਲ ਪੁਰਾਣੀ ਗੱਲ ਕਰ ਰਿਹਾ ਉਦੋਂ ਅਸੀਂ ਵੀ ਇਦਾਂ ਹੀ ਕਰਦੇ ਸੀਗੇ ਕਿ ਮਦਰ ਨੂੰ ਦਵਾਈ ਦੀ ਲੋੜ ਹੈ ਤੇ ਹਾਂਜੀ ਫਾਰਮੇਸੀ ਕੋ ਜਾ ਕੇ ਫਾਰਮਾਸਿਸਟ ਕੋ ਜਾ ਕੇ ਦਵਾਈ ਲੈ ਠੀਕ ਹੈ ਕੋਈ ਰਿਕਾਰਡ ਨਹੀਂ ਹੈ ਉਸ ਚੀਜ਼ ਦਾ ਕੋਈ ਕੁਝ ਨਹੀਂ ਹੈ ਸੋ ਅਗੇਨ ਇੰਸ਼ੋਰੈਂਸ ਕੰਪਨੀ ਨੇ ਮੰਗਣੇ ਆ ਰਿਕਾਰਡ ਐਟ ਦ ਟਾਈਮ ਆਫ ਕਲੇਮ ਜੇ ਰਿਕਾਰਡ ਹੈ ਹੀ ਨਹੀਂ ਤੁਸੀਂ ਪ੍ਰੋਡਿਊਸ ਨਹੀਂ ਕਰ ਸਕਦੇ then there is no medication which means kind of stable ਇੱਕ ਹੋਰ ਚੀਜ਼ ਆਸਵਾਨ ਸੌਰੀ ਟੂ ਡੂ ਦੈਟ ਬਟ ਅਗੇਨ ਚੀਜ਼ਾਂ ਯਾਦ ਆਉਂਦੀਆਂ ਤੇ ਕਈ ਵਾਰ Sure, I love it. these are practical things sometimes happen some ਤੁਸੀਂ ਬਲੱਡ ਪ੍ਰੈਸ਼ਰ ਦੀ ਕਈ ਵਾਰ ਗੱਲ ਕਰਦੇ ਹੋ ਬਹੁਤ ਸਾਰੇ ਕਲਾਇੰਟਸ ਆ ਕੇ ਕਹਿ ਦਿੰਦੇ ਨੇ ਕਿ ਹਾਂ ਜੀ ਪੇਰੈਂਟਸ ਨੂੰ ਬਲੱਡ ਪ੍ਰੈਸ਼ਰ ਹੈ ਤੇ ਕਦੀ ਦਵਾਈ ਖਾ ਲੈਂਦੇ ਨੇ ਕਦੀ ਦਵਾਈ ਨਹੀਂ ਖਾਂਦੇ ਜਦੋਂ ਬਲੱਡ ਪ੍ਰੈਸ਼ਰ ਵੱਧਦਾ ਤੇ ਗੋਲੀ ਖਾ ਲੈਂਦੇ ਨੇ ਤੇ ਜਦੋਂ ਠੀਕ ਹੋ ਜਾਂਦਾ ਤਾਂ ਬਿਲਕੁਲ ਠੀਕ ਹੈ ਵੈਸੇ ਬਹੁਤ ਤੰਦਰੁਸਤ ਹੈ ਮੇਰਾ ਫੋਲੋ ਅਪ ਸੀਗਾ ਠੀਕ ਹੈ ਨਾਓ ਇਹਦੇ ਨਾਲ ਕੀ ਹੋਇਆ ਜਦੋਂ ਕਈ ਵਾਰ ਦਵਾਈ ਖਾ ਲੈਂਦੇ ਨੇ ਕਦੀ ਨਹੀਂ ਖਾ ਲੈਂਦੇ ਜਿੱਦਾਂ ਹੀ ਤੁਸੀਂ ਇੰਸ਼ੋਰੈਂਸ ਕੰਪਨੀ ਨੂੰ ਦੱਸਿਆ ਥੈਂਕ ਯੂ ਵੈਰੀ ਮਚ ਨੋ ਕਲੇਮ ਨਹੀਂ obviously ਜਦੋਂ ਤੁਹਾਡਾ blood pressure fluctuate ਹੋ ਰਿਹਾ insurance company is not going to pay the claim your blood pressure was not stable for insurance company ਜਾਂ ਤਾਂ ਤੁਸੀਂ ਦਵਾਈ ਖਾਂਦੇ ਹੋ ਜਾਂ ਨਹੀਂ ਖਾਂਦੇ it should be black and white ਹੁਣ ਇਹਦੇ ਵਿੱਚ ਇੰਸ਼ੋਰੈਂਸ ਕੰਪਨੀ ਦੀ ਤਾਂ ਕੋਈ ਗਲਤੀ ਨਹੀਂ ਹੈ ਜੇ ਉਹ ਇੰਸ਼ੋਰੈਂਸ ਕਲੇਮ ਡਿਨਾਈ ਹੋ ਜਾਏ ਓਕੇ ਯੂਜੂਲੀ ਜਦੋਂ ਇੰਸ਼ੋਰੈਂਸ ਲੈਣ ਜਾਂਦੇ ਹੋ ਉਹਦੇ ਵਿੱਚ ਕਈ ਵਾਰ ਡਿਸਕਾਊਂਟਸ ਜਾਂ ਕਈ ਗੱਲ ਹੁੰਦੀ ਆ ਬਾਏ ਬੈਕ ਜਾਂ ਕੈਸ਼ ਬੈਕ ਸਮਥਿੰਗ ਉਹ ਕੀ ਚੀਜ਼ਾਂ ਹੁੰਦੀਆਂ ਹੋਣੀਆਂ Okay, so super visa generally insurance ਵਿੱਚ cashback buyback ਕੁਛ ਨਹੀਂ ਹੁੰਦਾ ਉਹ generally ਅਸੀਂ ਕੁਝ brokers ਕਰਦੇ ਨੇ and probably we can touch on that later ਲੇਕਿਨ super visa insurance ਵਿੱਚ ਤੁਸੀਂ ਬਹੁਤ ਵਾਰ ਦੇਖਿਆ ਹੋਣਾ ਲੋਕੀ ਕਹਿੰਦੇ ਨੇ ਕਿ we can get you 40% discount or we can get you 45% discount ਸਪੈਸ਼ਲੀ ਸੁਪਰ ਵੀਜ਼ਾ ਵਿੱਚ ਪਹਿਲੀ ਗੱਲ ਹੁੰਦਾ ਕਿਉਂ ਬਿਕੋਜ਼ ਜਿਹੜੀ ਕੋਸਟ ਹੈ ਸੁਪਰ ਵੀਜ਼ਾ ਇੰਸ਼ੋਰੈਂਸ ਦੀ ਇਟ ਇਜ਼ ਰਿਲੇਟਿਵਲੀ ਹਾਇਰ ਕੋਸਟ ਠੀਕ ਹੈ ਆਈ ਮੀਨ ਐਵਰੇਜ ਜੇ ਮੈਂ ਲਾਵਾਂ ਐਵਰੇਜ ਵੀ ਕਰੀਬਨ $1500-1700 ਸਾਲ ਦਾ ਤੁਹਾਡੀ ਕੋਸਟ ਹੈਗੀ ਹੈ ਐਂਡ ਆਮ ਟਾਕਿੰਗ ਅਬਾਊਟ ਅ ਯੰਗਰ ਪੇਰੈਂਟ ਐਂਡ ਆਲ ਦੈਟ ਸਟਫ ਸੋ ਇਸ ਕਰਕੇ ਪਹਿਲੀ ਗੱਲ ਤਾਂ ਡਿਸਕਾਊਂਟ ਦੀ ਲੋੜ ਪੈਂਦੀ ਠੀਕ ਹੈ ਹੁਣ ਦੇਰ ਇਜ਼ ਨੋ ਡਿਸਕਾਊਂਟ ਇੰਸ਼ੋਰੈਂਸ ਕੰਪਨੀ ਗਿਵਸ although ਸਾਰੇ brokers ਚੀਕ ਕੇ ਕਹਿੰਦੇ ਰਹਿਣਗੇ ਕਿ we can get you 40-45% discount ਆਉਂਦਾ ਕਿੱਥੋਂ ਹੈ ਉਹ ਆਉਂਦਾ deductible that is actually the second important thing in super visa insurance or visitors insurance that you have to think about now deductible ਹੁੰਦਾ ਕੀ ਹੈ ਸਭ ਤੋਂ ਪਹਿਲਾਂ deductible is amount of money that you have to pay out of pocket at the time of claim ਕਿ ਤੁਸੀਂ ਇੰਸ਼ੋਰੈਂਸ ਬਾਏ ਕਰ ਲਈ ਤੇ ਆਪਣਾ ਤੁਸੀਂ ਜੋ ਵੀ ਡਿਡਕਟੇਬਲ ਚੂਜ਼ ਕੀਤਾ ਪਹਿਲਾਂ ਤੁਸੀਂ ਉਹ ਪੇ ਕਰੋਗੇ ਉਸ ਤੋਂ ਬਾਅਦ ਇੰਸ਼ੋਰੈਂਸ ਕੰਪਨੀ ਨੇ ਪੇ ਕਰਨਾ ਸੋ ਫੋਰ ਐਗਜ਼ਾਮਪਲ ਜੇ ਤੁਸੀਂ 500 ਚੂਜ਼ ਕਰ ਲਿਆ ਤੇ 500 ਤੋਂ ਘੱਟ ਜੇ ਤੁਹਾਡਾ ਕੋਈ ਖਰਚਾ ਹੈ ਤੇ ਇੰਸ਼ੋਰੈਂਸ ਕੰਪਨੀ ਨੇ ਕੋਈ ਤੁਸੀਂ ਕਲੇਮ ਹੀ ਨਹੀਂ ਕਰ ਸਕਦੇ ਜੇ ਤੁਹਾਡਾ ਹੁਣ ਕਲੇਮ ਸਪੋਜ਼ $5000 ਦਾ ਆ ਗਿਆ ਤੇ ਤੁਹਾਡਾ $500 ਡਿਡਕਟੇਬਲ ਹੈ ਇੰਸ਼ੋਰੈਂਸ ਕੰਪਨੀ ਨੇ ਜੇ ਕਲੇਮ ਪਾਸ ਹੋਇਆ ਤੇ ਉਹਨਾਂ ਨੇ $4500 ਤੁਹਾਨੂੰ ਦੇ ਦੇਣੇ ਕਿਉਂਕਿ 500 was your deductible okay now in case of super visa or visitors insurance ਤੁਸੀਂ ਇਹ deductible zero ਵੀ ਰੱਖ ਲੈਂਦੇ you can have 0 100 250 500 1000 3000 5000 up to 10000 ਸੋ ਜਿੰਨਾ ਘੱਟ ਡਿਡਕਟੇਬਲ ਹੋਵੇਗਾ ਉਹਨਾਂ ਇੰਸ਼ੋਰੈਂਸ ਦਾ ਪ੍ਰੀਮੀਅਮ ਜ਼ਿਆਦਾ ਹੋਵੇਗਾ ਬਿਕੋਜ਼ ਇੰਸ਼ੋਰੈਂਸ ਕੰਪਨੀ ਨੂੰ ਪਹਿਲੇ ਡਾਲਰ ਤੋਂ ਪੇ ਕਰਨਾ if you are keeping your deductible to $10,000 that is when they'll say कि आप पहले 10,000 तक तो कुछ पे नहीं करना let's give you 40% discount so there is nothing called कि कोई स्पेशल ब्रोकर ਤੁਹਾਨੂੰ ਡਿਸਕਾਊਂਟ ਦੇ ਰਿਹਾ ਹੈ ਕੁਛ ਦੇ ਰਿਹਾ ਉਹ ਤੁਹਾਡਾ ਡਿਡਕਟੇਬਲ ਹੀ ਹੈ ਜਿਹਦੇ ਕਾਰਨ ਤੁਹਾਨੂੰ ਡਿਸਕਾਊਂਟ ਮਿਲ ਰਿਹਾ ਸੋ ਮੈਨੀ ਅ ਟਾਈਮਸ ਪੀਪਲ ਆਸਕ ਮੀ ਕਿ ਕਿਹੜਾ ਡਿਡਕਟੇਬਲ ਚੂਜ਼ ਕਰੀਏ ਇਸ ਉਹਦਾ ਕੁਐਸਚਨ ਉਹਦਾ ਜਵਾਬ ਤੁਸੀਂ ਆਪਣੇ ਆਪ ਦੇਣਾ ਹੈ ਕੋਈ ਬ੍ਰੋਕਰ ਨਹੀਂ ਦੇ ਸਕਦਾ ਮੈਂ ਨਹੀਂ ਦੇ ਸਕਦਾ ਬਿਕੋਜ਼ ਦਿਸ ਇਜ਼ ਦਾ ਮਨੀ ਯੂ ਹੈਵ ਟੂ ਪੇ ਐਟ ਦ ਟਾਈਮ ਆਫ ਕਲੇਮ ਤੁਸੀਂ ਦੇਖੋ ਕਿ ਜੇ ਤੁਹਾਡਾ ਹੱਥ ਬਹੁਤ ਖੁੱਲ੍ਹਾ ਹੈ ਫਿਰ ਤਾਂ ਤੁਸੀਂ $1000 ਡਿਡਕਟੇਬਲ ਰੱਖ ਲਓ ਕਿ ਹਾਂ ਵੀ ਪਹਿਲੇ $1000 ਦਾ ਕੁਝ ਵੀ ਕਲੇਮ ਆ ਗਿਆ ਤਾਂ ਮੈਂ ਕਵਰ ਕਰ ਲਾਂਗਾ
ਜੇ ਤੁਹਾਨੂੰ ਲੱਗਦਾ ਹੈ ਕਿ ਨਹੀਂ ਮੈਂ ਨਹੀਂ ਅਫੋਰਡ ਕਰ ਸਕਦਾ $1000 ਕਿਉਂਕਿ ਮੇਰੀ ਵੈਸੇ ਹੀ ਲਾਈਫ ਪੇ ਚੈੱਕ ਟੂ ਪੇ ਚੈੱਕ ਚੱਲ ਰਹੀ ਹੈ, ਕੀਪ ਅ 0 ਡਿਡਕਟੇਬਲ, 100 to 50 ਡਿਡਕਟੇਬਲ, ਕੀਪ ਅ ਸਮਾਲਰ ਡਿਡਕਟੇਬਲ ਜਿਹੜਾ ਤੁਸੀਂ ਅਫੋਰਡ ਕਰ ਸਕਦੇ। ਓਕੇ, ਡੋਂਟ ਗੋ ਇਨਟੂ ਅ ਰੇਸ ਆਫ ਕਿ ਹਾਂ ਕਿੰਨਾ ਡਿਸਕਾਊਂਟ ਮਿਲ ਗਿਆ, ਬਿਕੋਜ਼ ਉਹ ਡਿਸਕਾਊਂਟ ਨਹੀਂ ਮਿਲਿਆ, ਉਹ ਤੁਹਾਡਾ ਹੀ ਪੈਸਾ ਯੂਜ਼ ਹੋਣਾ ਹੈ ਇਨ ਫਾਰਮ ਆਫ ਡਿਡਕਟੇਬਲ। ਤੇ ਜਦੋਂ ਬੰਦਾ ਇੰਸ਼ੋਰੈਂਸ ਲੈਂਦਾ ਵਾ ਤੇ ਉਹਨੂੰ ਸਪੈਸ਼ਲੀ ਕਿਹੜੀਆਂ ਸਾਈਨ ਆਫ ਕਰਨ ਤੋਂ ਪਹਿਲਾਂ ਕਿਹੜੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਐਜ਼ ਅ ਕੰਡੀਸ਼ਨਸ, ਟਰਮਸ ਐਂਡ ਕੰਡੀਸ਼ਨਸ ਆਫ ਇੰਸ਼ੋਰੈਂਸ? ਦੇਖੋ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਸੁਪਰ ਵੀਜ਼ਾ ਤੇ ਵਿਜ਼ਟਰਸ ਇੰਸ਼ੋਰੈਂਸ ਵਿੱਚ ਕਿ ਕੀ ਇਹਦੇ ਪਾਲਿਸੀ ਵਿੱਚ ਕੀ ਕਵਰ ਹੁੰਦਾ ਜਾਂ ਕੀ ਕਵਰ ਨਹੀਂ ਹੁੰਦਾ। ਸਾਡਾ ਫੋਕਸ ਕੀ ਹੁੰਦਾ ਕਿ ਸਾਨੂੰ ਰੇਟ ਕੀ ਮਿਲਦਾ। ਕੋਈ ਪਾਲਿਸੀ ਪੜ੍ਹਨ ਦੀ ਮਤਲਬ ਜ਼ਹਿਮਤ ਹੀ ਨਹੀਂ ਕਰਦਾ ਕਿ ਪਾਲਿਸੀ 'ਚ ਲਿਖਿਆ ਕੀ ਹੈ। ਐਂਡ ਦੁਨੀਆ ਦੀ ਕੋਈ ਪਾਲਿਸੀ ਇੱਦਾਂ ਦੀ ਨਹੀਂ ਹੈ, ਭਾਵੇਂ ਮੈਂ ਸੁਪਰ ਵੀਜ਼ਾ ਇੰਸ਼ੋਰੈਂਸ ਦੀ ਗੱਲ ਨਹੀਂ ਕਰ ਰਿਹਾ, any insurance policy for any company throughout the world ਜਿਹਦੇ ਵਿੱਚ ਲਿਮਿਟੇਸ਼ਨਸ ਨਹੀਂ ਹੈਗੀਆਂ। ਲਿਮਿਟੇਸ਼ਨਸ ਦਾ ਮਤਲਬ ਹੈ ਕਿ ਉਹਨਾਂ ਨੇ ਕਿ ਆਪਣਾ ਜੇ ਕੋਈ ਚੀਜ਼ ਦਾ ਕਲੇਮ ਹੈ ਉਹਨਾਂ ਨੇ ਕਿਹਾ ਕਿ ਇਸ ਤੋਂ ਜ਼ਿਆਦਾ, ਇਸ ਡਾਲਰ ਫਿਗਰ ਤੋਂ ਜ਼ਿਆਦਾ ਅਸੀਂ ਪੇ ਨਹੀਂ ਕਰਨਾ। there is no insurance company that does not have exclusions। exclusion ਦਾ ਮਤਲਬ ਹੁੰਦਾ ਹੈ ਕਿ ਇਸ ਕੰਡੀਸ਼ਨ ਨੂੰ ਅਸੀਂ ਕਵਰ ਨਹੀਂ ਕਰਨਾ। There is always limitations and exclusions. Try to read the policy. ਜੇ ਤੁਸੀਂ ਨਹੀਂ ਪੜ੍ਹ ਸਕਦੇ, ਤੁਹਾਡੇ ਕੋਲ ਟਾਈਮ ਨਹੀਂ ਹੈਗਾ, then buy insurance from person who at least explains you ਕਿ at least buy ਕਰਨ ਤੋਂ ਪਹਿਲਾਂ ਕੀ exclusions ਹੈਗੀ ਹੈ। Just to give you an example, ਹੁਣ prescription drugs ਨੇ, ਠੀਕ ਹੈ, again different company have different criteria for it। ਹੁਣ ਜਨਰਲੀ ਕੀ ਹੁੰਦਾ, ਅਗੇਨ ਮੈਂ ਜਨਰਲ ਦੱਸ ਰਿਹਾ, ਨਾਟ ਐਕਸੈਪਸ਼ਨਸ ਕਿਉਂਕਿ ਹੈਗੀਆਂ ਕੁਝ ਕੰਪਨੀਜ਼ ਦੀਆਂ। ਜਦੋਂ ਕਿਸੇ ਦਾ ਕਲੇਮ ਆਉਂਦਾ ਜਦੋਂ ਤੱਕ ਤਾਂ ਬੰਦਾ ਹਸਪੀਟਲ 'ਚ ਹੈ, ਜੋ ਵੀ ਉਹ ਦਵਾਈਆਂ ਚਾਹੀਦੀਆਂ, ਭਾਵੇਂ ਉਹ ਦਵਾਈ $500 ਦੀ ਆਏ ਜਾਂ $5000 ਦੀ ਆਏ, ਦੋਜ਼ ਮੈਡੀਕੇਸ਼ਨਸ ਆਰ ਕਵਰਡ ਟੂ ਦ ਲਿਮਿਟਸ ਆਫ ਯੂਰ ਪਾਲਿਸੀ। ਓਕੇ, ਨਾਓ ਬਟ ਔਨ ਐਨ ਆਊਟ ਪੇਸ਼ੈਂਟ ਬੇਸਿਸ, ਕਈ ਵਾਰ ਕੀ ਹੁੰਦਾ, ਤੁਸੀਂ ਹਸਪੀਟਲ ਜਾਂਦੇ ਹੋ ਜਾਂ ਡਾਕਟਰ ਕੋਲ ਜਾਂਦੇ ਹੋ, ਡਾਕਟਰ ਕਹਿੰਦਾ ਹਾਂ ਐਗਜ਼ਾਮਿਨ ਕਰਤਾ, ਸਭ ਕੁਝ ਕਰਤਾ, ਦਵਾਈ ਲਿਖ ਕੇ ਦੇਤੀ ਆ, ਦਵਾਈ ਲੈ ਲੈ, ਯੂ ਆਰ ਨਾਟ ਐਡਮਿਟਡ ਇਨ ਹਸਪੀਟਲ, ਦੈਟ ਇਜ਼ ਕਾਲਡ ਆਊਟ ਪੇਸ਼ੈਂਟ ਬੇਸਿਸ, ਕਿ ਤੁਹਾਨੂੰ ਸਿਰਫ ਦਵਾਈ ਲਿਖ ਕੇ ਦੇਤੀ, ਤੁਸੀਂ ਠੀਕ ਹੋ ਜਾਣਾ, ਕੋਈ ਇਨਫੈਕਸ਼ਨ ਹੋ ਗਿਆ ਜਾਂ ਕੁਝ ਹੋ ਗਿਆ, ਠੀਕ ਹੈ। ਸੋ ਉਹਦੀ ਲਿਮਿਟੇਸ਼ਨ ਕੀ ਹੁੰਦੀ ਹੈ, $1000 ਔਰ 30 ਡੇ ਸਪਲਾਈ। ਤੁਸੀਂ ਪਾਲਿਸੀ ਲਿੱਤੀ ਹੈ $1 ਲੱਖ ਦੀ, ਤੁਹਾਡੇ ਦਿਮਾਗ ਵਿੱਚ ਚੱਲ ਰਿਹਾ ਕਿ ਮੈਂ ਤਾਂ $1 ਲੱਖ ਦੀ ਪਾਲਿਸੀ ਲਿੱਤੀ ਹੈ, ਠੀਕ ਹੈ। ਡਰੱਗਸ ਦੀ ਜਾਂ ਪ੍ਰਿਸਕ੍ਰਿਪਸ਼ਨ ਮੈਡੀਕੇਸ਼ਨ ਦੀ ਲਿਮਿਟ ਕਿੰਨੀ ਹੈ, $1000 ਔਰ 30 ਡੇ ਸਪਲਾਈ whichever is less, ਠੀਕ ਹੈ। there is always limitations to certain things, ਠੀਕ ਹੈ। so always and again ਜੇ ਮੈਂ ਉਹ ਲਿਸਟ ਤੇ ਜਾਵਾਂ, ਲਿਸਟ is kind of little longer ਕਿ ਕੀ ਕਵਰ ਹੁੰਦਾ ਕੀ ਨਹੀਂ ਕਵਰ ਹੁੰਦਾ। ਅਗੇਨ ਐਕਸਕਲੂਜਨ ਦਾ ਮਤਲਬ ਕੀ ਹੁੰਦਾ ਕਿ ਪਾਲਿਸੀ ਕੀ ਕਵਰ ਨਹੀਂ ਕਰਦੀ। Just to give you an example, motor vehicle accidents, car accidents, not covered in your super visa or visitors to Canada insurance। बहुत सारे brokers ਨੂੰ ਵੀ ਇਹ ਚੀਜ਼ ਨਹੀਂ ਪਤਾ। ਓਕੇ, ਕਲਾਇੰਟਸ ਨੂੰ ਕੀ, ਕਿਉਂਕਿ ਕੋਈ ਪੜ੍ਹਦਾ ਹੀ ਨਹੀਂ ਪਾਲਿਸੀ। ਜੇ ਰੱਬ ਨਾ ਕਰੇ ਪੇਰੈਂਟਸ ਇੱਥੇ ਆਉਣ, ਤੁਹਾਡਾ ਕਾਰ ਐਕਸੀਡੈਂਟ ਹੁੰਦਾ ਤੇ ਤੁਹਾਡੀ ਸੁਪਰ ਵੀਜ਼ਾ ਇੰਸ਼ੋਰੈਂਸ ਪਾਲਿਸੀ ਨੇ ਰਿਸਪੌਂਡ ਹੀ ਨਹੀਂ ਕਰਨਾ, ਉਹਨਾਂ ਨੇ ਕਲੇਮ ਹੀ ਨਹੀਂ ਦੇਣਾ, ਦੈਟ ਕਲੇਮ ਵਿਲ ਬੀ ਡਿਨਾਈਡ। ਫਿਰ ਲੋਕੀ ਕਹਿੰਦੇ ਕਿ ਕਲੇਮ ਡਿਨਾਈ ਹੋ ਗਿਆ, ਕਲੇਮ ਡਿਨਾਈ ਨਹੀਂ ਹੋਇਆ, ਦੈਟ ਵਾਜ਼ ਨਾਟ ਇਵਨ ਕਵਰਡ ਇਨ ਦਾ ਪਾਲਿਸੀ। ਉਸ ਕੇਸ ਵਿੱਚ ਜਿਹੜੀ ਤੁਹਾਡੀ ਆਟੋ ਇੰਸ਼ੋਰੈਂਸ ਹੈ, ਦੈਟ ਵਿਲ ਪੇ ਫॉर ਦਾ ਐਮਰਜੈਂਸੀ ਐਕਸਪੈਂਸ, ਠੀਕ ਹੈ। ਸੋ ਇਹ ਚੀਜ਼ਾਂ ਪੜ੍ਹਨੀਆਂ ਥੋੜ੍ਹੀਆਂ ਜ਼ਰੂਰੀ ਹੈ ਕਿ ਕੀ ਕਵਰੇਜ ਹੈ ਕੀ ਕਵਰੇਜ ਨਹੀਂ ਹੈ। ਹੁਣ ਓਵਰ ਦ ਕਾਊਂਟਰ ਮੈਡੀਕੇਸ਼ਨਸ, ਟੈਨਾਨੋਲ, ਐਡਵਿਲ, ਕੋਈ ਟੌਪਿਕਲ ਕਰੀਮਸ ਜਾਂ ਫਿਰ ਕੋਈ ਮਸਲ ਰਿਲੈਕਸੈਂਟ, ਨੈਵਰ ਕਵਰਡ ਬਾਈ ਐਨੀ ਕੰਪਨੀ, ਡਜ਼ਨਟ ਮੈਟਰ ਕਿਹੜੀ ਕੰਪਨੀ ਹੈ ਕਿਹੜੀ ਪਾਲਿਸੀ ਹੈ। ਓਕੇ, ਤੇ ਇੰਸ਼ੋਰੈਂਸ ਕੰਪਨੀਜ਼ ਦੀ ਕੋਈ ਟਾਈਮ ਲਿਮਿਟ ਦੀ ਕੰਡੀਸ਼ਨ ਆਉਂਦੀ ਹੈ ਕਿ ਫੋਰ ਐਗਜ਼ਾਮਪਲ ਜੇ ਕੋਈ ਟਰੈਵਲ ਇੰਸ਼ੋਰੈਂਸ ਲੈ ਕੇ ਆ ਰਿਹਾ, ਹਾਂਜੀ, ਤੇ ਦੇ ਹੈਵ ਟੂ ਸਟੇ ਵਿਦਿਨ ਦੈਟ ਪੀਰੀਅਡ ਆਫ ਟਾਈਮ ਤਾਂ ਜਾ ਕੇ ਤੁਹਾਡੀ ਇੰਸ਼ੋਰੈਂਸ ਦਾ ਕਲੇਮ ਤੁਹਾਨੂੰ ਹੋਏਗਾ, ਜਾਂ ਇੱਦਾਂ ਦਾ ਕੁਝ ਨਹੀਂ ਹੁੰਦਾ? ਵੀ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਕਿ ਤੁਹਾਨੂੰ ਇੱਥੇ ਇੰਨਾ ਟਾਈਮ ਰਹਿਣਾ ਪਏਗਾ। ਨਾਰਮਲੀ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਵਿਜ਼ਟਰ ਵੀਜ਼ਾ ਤੇ ਆਉਂਦੇ ਹੋ ਜਾਂ ਸੁਪਰ ਵੀਜ਼ਾ ਤੇ ਆਉਂਦੇ ਹੋ, ਇਟ ਇਜ਼ ਆਲਵੇਜ਼ ਰეკਮੈਂਡਡ ਕਿ ਤੁਸੀਂ ਆਪਣੇ ਪੇਰੈਂਟਸ ਦੇ ਆਉਣ ਤੋਂ ਪਹਿਲਾਂ ਇੰਸ਼ੋਰੈਂਸ ਲੈ ਲਓ। ਓਕੇ, ਉਹਦਾ ਫਾਇਦਾ ਹੁੰਦਾ ਹੈ ਕਿ ਜਿਹੜਾ ਉਹਨਾਂ ਦਾ ਟ੍ਰਾਂਜ਼ਿਟ ਪੀਰੀਅਡ ਹੈ, ਜਦੋਂ ਉਹਨਾਂ ਨੇ ਸਪੋਜ਼ ਜੇ ਇੰਡੀਆ ਤੋਂ ਆ ਰਹੇ ਨੇ ਕਿ ਇੰਡੀਆ ਤੋਂ ਬੈਠੇ ਨੇ ਤੇ ਇੱਥੇ ਆਉਣ ਨੂੰ ਕਰੀਬਨ ਜੋ ਵੀ ਟਾਈਮ ਲੱਗਦਾ ਹੈ 20 ਘੰਟੇ ਜਾਂ ਜੋ ਵੀ ਉਹਨਾਂ ਦਾ ਲੇ ਓਵਰ ਟਾਈਮ ਹੈ, ਉਹ ਟਾਈਮ ਪੀਰੀਅਡ ਵੀ ਕਵਰ ਹੋ ਜਾਂਦਾ ਹੈ ਕਿ ਗॉड ਫੋਰਬਿਡ ਜੇ ਪਲੇਨ 'ਚ ਕੁਝ ਹੋ ਜਾਏ ਜਾਂ ਉਹਨਾਂ ਦੇ ਲੇ ਓਵਰ ਪੀਰੀਅਡ 'ਚ ਕੁਝ ਹੋ ਜਾਏ,
that will be covered by insurance company as well. So always buy before they come here. Now having said that, बहुत सारे ਜਿਹੜੇ clients ਨੇ ਉਹ ਕਰਦੇ ਨੇ ਕਿ ਚਲੋ ਆ ਜਾਣਗੇ ਤੇ ਫੇਰ ਲੈ ਲਾਂਗੇ, ਬਿਲਕੁਲ ਉਹਦਾ ਨੁਕਸਾਨ ਹੈ। ਨੁਕਸਾਨ ਕੀ ਹੈ? On almost every insurance, again I'm saying almost because there are always exceptions, almost every insurance company, ਤੁਸੀਂ ਆਪਣੇ ਪੇਰੈਂਟਸ ਦੇ ਆਉਣ ਤੋਂ ਬਾਅਦ ਜਦੋਂ ਇੰਸ਼ੋਰੈਂਸ ਲੈਂਦੇ, they put a waiting period। ਜੇ ਸਪੋਜ਼ ਤੁਹਾਡੇ ਪੇਰੈਂਟਸ ਇੱਥੇ ਆ ਗਏ, ਉਹਨਾਂ ਕੋਲ ਕੋਈ ਇੰਸ਼ੋਰੈਂਸ ਨਹੀਂ ਹੈ ਤੇ ਤੁਹਾਨੂੰ ਅਚਾਨਕ ਖਿਆਲ ਆਇਆ ਕਿ ਹਾਂਜੀ ਇਹਨਾਂ ਦੀ ਇੰਸ਼ੋਰੈਂਸ ਤਾਂ ਲੈਣੀ ਚਾਹੀਦੀ ਸੀਗੀ, ਮੈਂ ਲਿੱਤੀ ਨਹੀਂ ਹੈ, ਮੈਂ ਭੁੱਲ ਗਿਆ, ਮੈਨੂੰ ਟਾਈਮ ਨਹੀਂ ਲੱਗਿਆ, ਠੀਕ ਹੈ। ਨਾਓ ਯੂ ਕਾਲ ਇੰਸ਼ੋਰੈਂਸ ਬ੍ਰੋਕਰ ਕਿ ਹਾਂਜੀ ਮੈਨੂੰ ਇੰਸ਼ੋਰੈਂਸ ਚਾਹੀਦੀ ਹੈ, ਇੰਸ਼ੋਰੈਂਸ ਮਿਲ ਜਾਏਗੀ। ਨਾਓ ਡਿਪੈਂਡਿੰਗ ਔਨ ਕਿ ਤੁਹਾਡੇ ਪੇਰੈਂਟਸ ਨੂੰ ਇੱਥੇ ਆਇਆ ਨੂੰ ਕਿੰਨਾ ਟਾਈਮ ਹੋ ਗਿਆ, ਇਫ ਯੂ ਬਾਈ ਇਟ ਵਿਦਿਨ 30 days, most of the insurance companies, they put a waiting period of 48 hours कि next 48 hours which ਜੇ ਕੋਈ sickness related claim ਆ ਗਿਆ, we will not pay it because ਕਿਉਂ? ਕਿਉਂਕਿ they want to cover the moral hazard। ਐਦਾਂ ਨਹੀਂ ਹੈ ਕਿ ਹਾਂ ਤੁਹਾਡੇ ਪੇਰੈਂਟਸ ਆ ਗਏ, ਅੱਜ ਬਿਮਾਰ ਹੋ ਗਏ ਤੇ ਰਾਈਟ ਵੇ ਤੁਸੀਂ ਹੁਣ ਇੰਸ਼ੋਰੈਂਸ ਪਾਏ ਕਰ। that is why they put a waiting period of 48 hours। ਓਕੇ, ਠੀਕ ਹੈ। ਤੇ 48 ਆਵਰਸ ਗੁਜ਼ਰਨ ਤੋਂ ਬਾਅਦ ਇਹ ਨਹੀਂ ਹੈ ਕਿ ਜੇ ਉਹ ਬਿਮਾਰ ਸੀਗੇ ਤੇ ਉਹਨਾਂ ਨੇ ਫੇਰ ਵੀ ਕਵਰ ਕਰ ਲੈਣਾ। ਇਫ ਦ ਸਿਕਨੈਸ ਸਟਾਰਟਡ ਬਿਫੋਰ that time, they're not gonna cover it। obviously insurance start ਕਦੋਂ ਹੋਏਗੀ? 48 hours ਤੋਂ ਬਾਅਦ, ਤੇ ਉਸ ਤੋਂ ਬਾਅਦ ਜੇ ਕੋਈ ਸਿੱਖ ਹੁੰਦਾ definitely they will cover it। now if your parents are here for more than 30 days, ਕਿ ਤੁਸੀਂ ਉਹ 6 ਮਹੀਨੇ ਬਾਅਦ ਆਏ ਤੇ ਤੁਹਾਨੂੰ 2 ਮਹੀਨੇ ਬਾਅਦ ਯਾਦ ਆਇਆ ਇੰਸ਼ੋਰੈਂਸ ਕਰਾਉਣ ਦਾ, ਠੀਕ ਹੈ, in that case insurance company normally puts a waiting period of 7 days, 8 days, 10 days depending on insurance company। ਓਕੇ। ਤੇ ਵੇਟਿੰਗ ਪੀਰੀਅਡ ਉਦੋਂ ਵੀ ਅਪਲਾਈ ਹੁੰਦਾ ਜੇ ਕਿਸੇ ਦੀ ਐਕਸਪਾਇਰ ਹੋ ਗਈ, ਫੋਰ ਐਗਜ਼ਾਮਪਲ ਸੁਪਰ ਵੀਜ਼ਾ ਇੰਸ਼ੋਰੈਂਸ ਸਾਲ ਦੀ ਸੈਕਿੰਡ ਟਰਮ ਦੀ ਜਿਹੜੀ ਇੰਸ਼ੋਰੈਂਸ ਰੀਨਿਊ ਕਰਨ ਤੋਂ ਪਹਿਲਾਂ ਦੇयर ਇਜ਼ ਅ ਗੈਪ। Okay, so there should not be any gap, first of all। Okay, ਬਹੁਤ ਅੱਛਾ ਕੁਐਸਚਨ ਹੈ, ਇਟਸ ਐਕਸਲੈਂਟ ਕੁਐਸਚਨ। ਜਿਹੜਾ ਐਕਚੁਅਲੀ ਮੈਂ ਤੁਹਾਨੂੰ ਐਗਜ਼ਾਮਪਲ ਦਿੱਤਾ ਸੀਗਾ ਨਾ ਪਹਿਲਾਂ ਕਿ ਨਿਮੋਨੀਆ ਦਾ 3 ਲੱਖ ਦਾ ਕਲੇਮ, ਐਗਜ਼ੈਕਟਲੀ ਸੇਮ ਥਿੰਗ ਐਂਡ ਹੈਪਨ। ਓਕੇ। ਸੋ ਹੁੰਦਾ ਕੀ ਹੈ ਕਿ ਸਪੋਜ਼ ਤੁਹਾਡੇ ਪੇਰੈਂਟਸ ਆਏ 1 ਸਾਲ ਵਾਸਤੇ, 1 ਸਾਲ ਹੋ ਗਿਆ ਹੁਣ ਉਹਨਾਂ ਦੀ ਜਿਹੜੀ ਪਾਲਿਸੀ ਹੈ ਐਕਸਪਾਇਰ ਹੋਣਾ ਨਹੀਂ। ਨਾਓ ਇਫ ਯੂ ਆਰ ਰੀਨਿਊਇੰਗ ਇਟ ਵਿਦ ਦ ਸੇਮ ਕੰਪਨੀ, ਦੇयर ਇਜ਼ ਨੋ ਵੇਟਿੰਗ ਪੀਰੀਅਡ। ਓਕੇ, ਠੀਕ ਹੈ, ਅੱਜ ਖਤਮ ਹੋਈ, ਤੁਸੀਂ ਅਗਲੇ ਦਿਨ ਉਹਨਾਂ ਦੀ ਪਾਲਿਸੀ ਸ਼ੁਰੂ ਕਰੋ, ਦੇयर ਇਜ਼ ਨੋ ਵੇਟਿੰਗ ਪੀਰੀਅਡ ਦੈਟ ਦੇ ਅਪਲਾਈ ਬਿਕੋਜ਼ ਉਹਨਾਂ ਦੀ ਪਾਲਿਸੀ ਸੀ, ਦੇ ਨੋ ਇਟ। ਠੀਕ ਹੈ, ਇਫ ਯੂ ਆਰ ਸਵਿਚਿੰਗ ਇੰਸ਼ੋਰੈਂਸ ਕੰਪਨੀ, that is when waiting period will apply because this is a new policy for that new insurance company। ਉਸ ਕੇਸ ਵਿੱਚ ਬੈਸਟ ਕੀ ਹੁੰਦਾ ਹੈ, ਜਿਸ ਵੀ ਕੰਪਨੀ ਨਾਲ ਜਾਣਾ, ਜੇ ਉਹਨਾਂ ਦਾ 8 ਦਿਨ ਦਾ ਵੇਟਿੰਗ ਪੀਰੀਅਡ ਹੈ ਸਪੋਜ਼, ਤੇ ਤੁਸੀਂ ਆਪਣੀ ਪਾਲਿਸੀ 8 ਦਿਨ ਪਹਿਲਾਂ ਸ਼ੁਰੂ ਕਰ ਲਓ, ਪਹਿਲੀ ਪਾਲਿਸੀ ਐਕਸਪਾਇਰ ਹੋਣ ਤੋਂ ਪਹਿਲਾਂ, ਤਾਂ ਕਿ ਓਵਰਲੈਪ ਹੋ ਜਾਏਗਾ ਪਹਿਲੇ 8 ਦਿਨ ਦਾ। ਉਸ 8 ਦਿਨ ਵਿੱਚ ਜੇ ਕੋਈ ਇੰਸ਼ੋਰੈਂਸ ਦਾ ਕਲੇਮ ਆ ਗਿਆ ਤੇ ਪੁਰਾਣੀ ਇੰਸ਼ੋਰੈਂਸ ਕੰਪਨੀ ਕਲੇਮ ਪੇ ਕਰੇਗੀ। ਓਕੇ। ਤੇ 8 ਦਿਨ ਤੋਂ ਬਾਅਦ ਜਦੋਂ ਹੋ ਗਿਆ ਤੇ ਨਵੀਂ ਇੰਸ਼ੋਰੈਂਸ ਤੁਹਾਡੀ ਆਲਰੇਡੀ ਚੱਲ ਰਹੀ ਹੈ, 8 ਦਿਨ ਉਹਨਾਂ ਦੇ ਪੂਰੇ ਹੋ ਗਏ। ਓਕੇ, ਫਿਰ ਵੀ ਤੁਹਾਨੂੰ ਸੁਪਰ ਵੀਜ਼ਾ ਇੰਸ਼ੋਰੈਂਸ ਪੇਰੈਂਟਸ ਲਈ ਮਿਲ ਸਕਦੀ ਹੈ ਈਵਨ ਪਹਿਲੇ ਸਾਲ ਤੋਂ ਬਾਅਦ ਖਤਮ ਹੋਣ ਤੋਂ ਬਾਅਦ, ਦੇयर ਇਜ਼ ਅ ਫੋਰ ਐਗਜ਼ਾਮਪਲ ਗੈਪ ਆਫ 15 days। ਐਬਸੋਲੂਟਲੀ, ਤੁਸੀਂ ਇੰਸ਼ੋਰੈਂਸ ਕਦੀ ਵੀ ਲੈ ਸਕਦੇ ਹੋ, ਯੂ ਜਸਟ ਹੈਵ ਟੂ ਸੈਟਿਸਫਾਈ ਦ ਵੇਟਿੰਗ ਪੀਰੀਅਡ। ਓਕੇ, ਠੀਕ ਹੈ, ਵੇਟਿੰਗ ਪੀਰੀਅਡ ਇਜ਼ ਕਾਈਂਡ ਆਫ ਵੈਰੀ ਇੰਪੋਰਟੈਂਟ। ਠੀਕ ਹੈ, ਕਈ ਵਾਰ ਪੇਰੈਂਟਸ ਜਿਵੇਂ ਇੱਥੇ ਆ ਜਾਂਦੇ ਆ ਤੇ ਉਹਨਾਂ ਨੂੰ ਫੋਰ ਐਗਜ਼ਾਮਪਲ ਕੋਈ ਐਮਰਜੈਂਸੀ ਪੈ ਜਾਂਦੀ ਹੈ ਐਂਡ ਵਿਦਿਨ 4 months ਉਹਨਾਂ ਨੂੰ ਵਾਪਸ ਜਾਣਾ ਪੈਂਦਾ। ਠੀਕ ਹੈ, ਤੇ ਉਦੋਂ ਇੰਸ਼ੋਰੈਂਸ ਕਿੱਦਾਂ ਅਪਲਾਈ ਹੁੰਦੀ ਹੈ, ਕਿ ਉਹਨਾਂ ਨੂੰ ਰਿਫੰਡ ਮਿਲਦਾ ਹੈ, ਕੈਂਸਲੇਸ਼ਨ ਪੋਜ਼ ਹੋ ਜਾਂਦੀ ਹੈ, ਕੀ ਹੁੰਦਾ? ਓਕੇ, ਗ੍ਰੇਟ ਕੁਐਸਚਨ। ਐਕਚੁਅਲੀ ਇਹਦਾ ਜਵਾਬ ਮੈਂ ਤੁਹਾਨੂੰ ਟੋਟਲ ਕੈਂਸਲੇਸ਼ਨ ਪ੍ਰੋਸੈਸ ਦੱਸ ਕੇ ਦੇ ਦਿੰਦਾ। ਓਕੇ, ਐਂਡ ਅਗੇਨ ਡਜ਼ਨਟ ਹੈਵ ਟੂ ਬੀ ਐਮਰਜੈਂਸੀ ਕਿ ਉਹਨਾਂ ਨੂੰ ਐਮਰਜੈਂਸੀ ਹੋਏਗੀ ਤਾਂ ਹੀ ਉਹਨਾਂ ਨੇ ਜਾਣਾ। ਸੁਪਰ ਵੀਜ਼ਾ ਤੇ ਜਦੋਂ ਆਉਂਦੇ ਨਾ, ਉਹਨਾਂ ਦਾ ਪਾਲਿਸੀ ਤੁਸੀਂ 1 ਸਾਲ ਨਹੀਂ ਬਾਏ ਕਰਦੇ। ਠੀਕ ਹੈ, ਯੂ ਡੋਂਟ ਨੋ ਕਿ ਪੇਰੈਂਟਸ ਨੇ 1 ਮਹੀਨੇ ਰਹਿਣਾ ਹੈ, ਪੂਰਾ ਸਾਲ ਰਹਿਣਾ। ਸਪੋਜ਼ ਕੋਈ ਐਮਰਜੈਂਸੀ ਹੈ ਜਾਂ ਨਹੀਂ ਹੈ, 4 ਮਹੀਨੇ ਬਾਅਦ ਉਹ ਵਾਪਸ ਚਲੇ ਜਾਂਦਾ ਹੈ। ਠੀਕ ਹੈ, ਪਾਲਿਸੀ ਦਾ ਪੇ ਕੀਤਾ ਪਿਆ ਤੁਸੀਂ ਪੂਰੇ ਸਾਲ ਦਾ। ਨਾ ਮੋਸਟ ਆਫ ਦਾ ਇੰਸ਼ੋਰੈਂਸ ਕੰਪਨੀਜ਼ ਦੇ ਹੈਵ ਅ ਕ੍ਰਾਈਟੇਰੀਆ ਕਿ ਜੇ ਤੁਸੀਂ ਕੋਈ ਕਲੇਮ ਰਿਪੋਰਟ ਨਹੀਂ ਕੀਤਾ ਜਾਂ ਕੋਈ ਕਲੇਮ ਪੇ ਨਹੀਂ ਹੋਇਆ, ਤੇ ਜਿਹੜੇ ਬਾਕੀ ਦਿਨ ਬਚੇ ਨੇ ਉਹਦਾ ਤੁਹਾਨੂੰ ਟੋਟਲ ਰਿਫੰਡ ਮਿਲ ਜਾਂਦਾ -$25 ਔਰ $50 ਡਿਪੈਂਡਿੰਗ ਔਨ ਇੰਸ਼ੋਰੈਂਸ ਕੰਪਨੀ ਟੂ ਕੰਪਨੀ। ਓਕੇ, ਠੀਕ ਹੈ, ਸੋ ਅਗੇਨ ਪੇਰੈਂਟਸ ਵਾਪਸ ਚਲੇ ਗਏ 4 ਮਹੀਨੇ ਰਹਿ ਕੇ, ਤੇ ਸਾਲ ਦੀ ਪਾਲਿਸੀ ਸੀ, ਇੰਸ਼ੋਰੈਂਸ ਕੰਪਨੀ ਨੇ ਤੁਹਾਨੂੰ ਬਾਕੀ 8 ਮਹੀਨੇ ਦੇ ਪੈਸੇ ਵਾਪਸ ਕਰ ਦੇਣੇ, -$25 to $50। ਨਾਓ ਇਹ ਜਿਹੜੀ ਪਾਲਿਸੀਜ਼ ਹੈ ਦੇ ਆਰ ਕੈਲਕੂਲੇਟਡ ਔਨ ਅ ਪਰ ਡੇ ਬੇਸਿਸ, ਤੇ ਇੱਦਾਂ ਨਹੀਂ ਹੈ ਕਿ 4 ਮਹੀਨੇ ਬਾਅਦ ਉਹਨਾਂ ਨੇ ਚਲਾ ਜਾਣਾ।
ਸਪੋਜ਼ 143 ਦਿਨ ਬਾਅਦ ਉਹ ਚਲੇ ਗਏ, ਓਕੇ ਤੇ ਇੰਸ਼ੋਰੈਂਸ ਕੰਪਨੀ ਨੇ ਕੀ ਕਰਨਾ ਕਿ 143 ਦਿਨ ਦੇ ਹੀ ਅਮਾਊਂਟ ਚਾਰਜ ਕਰਕੇ ਬਾਕੀ ਰੈਸਟ ਆਫ ਦ ਪੀਰੀਅਡ ਦਾ ਤੁਹਾਨੂੰ ਵਾਪਸ ਕਰ ਦੇਣਾ। ਇਟਸ ਨਾਟ ਅ ਮੰਥਲੀ ਥਿੰਗ ਦੈਟ Okay. ਯੂ ਵਿਲ ਬੀ ਗੈਟ। ਇੱਕ ਐਕਚੁਅਲੀ ਨਾਲ ਲੱਗਦਾ ਚੀਜ਼ ਹੋਰ ਤੁਹਾਨੂੰ ਦੱਸਣਾ, ਹੁਣ ਕਈ ਵਾਰ ਜਦੋਂ ਅਸੀਂ ਸੁਪਰ ਵੀਜ਼ਾ ਅਪਲਾਈ ਕਰਦੇ ਹਾਂ, ਠੀਕ ਹੈ, ਅਜੇ ਹੈ ਨਹੀਂ ਤੁਹਾਡੇ ਪੇਰੈਂਟਸ ਕੋਲ ਸਪੋਜ਼ ਸੁਪਰ ਵੀਜ਼ਾ ਅਪਲਾਈ ਕਰਨਾ, ਯੂ ਡੋਂਟ ਇਵਨ ਨੋ ਕਿ ਉਹਨਾਂ ਨੂੰ ਸੁਪਰ ਵੀਜ਼ਾ ਮਿਲਣਾ ਵੀ ਹੈ ਕਿ ਨਹੀਂ, ਠੀਕ ਹੈ, ਤੁਸੀਂ ਸਿਰਫ ਅਪਲਾਈ ਕਰ ਰਹੇ ਹੋ ਨਾ, ਤੁਹਾਨੂੰ ਤਾਂ ਨਹੀਂ ਗਰੰਟੀ ਕਿ ਉਹਨਾਂ ਨੂੰ ਮਿਲ ਹੀ ਜਾਣਾ, ਬਿਲਕੁਲ ਠੀਕ ਹੈ ਨਾ। ਲੇਕਿਨ ਉਹ ਅਪਲਾਈ ਕਰਨ ਦੀ ਰਿਕੁਆਇਰਮੈਂਟ ਕੀ ਹੈ ਕਿ ਇੰਸ਼ੋਰੈਂਸ ਦਾ ਪ੍ਰੂਫ ਲਾਣਾ ਪੈਣਾ। ਬਿਲਕੁਲ ਇੰਸ਼ੋਰੈਂਸ ਤੁਸੀਂ ਬਾਏ ਕਰ ਲਈ, ਅਪਲਾਈ ਕਰਤਾ, ਅਨਫੋਰਚੂਨੇਟਲੀ ਜੇ ਵੀਜ਼ਾ ਰਿਜੈਕਟ ਹੋ ਗਿਆ ਤੇ ਇੰਸ਼ੋਰੈਂਸ ਦਾ ਕੀ ਹੋਏਗਾ? ਇਨ ਦੈਟ ਕੇਸ all I will need copy of the refusal letter कि parents का visa refuse हो गया, all the money that you have paid that will be refunded back on the same credit card that you had paid for, so you do not lose any money and type of in that cancellation। एक ਹੋਰ ਹੈ ਉਹਦੇ ਵਿੱਚ ਸਿਨੈਰੀਓ ਹੁੰਦਾ ਹੈ, I'm sorry because ਇਹ ਚੀਜ਼ਾਂ ਪ੍ਰੈਕਟੀਕਲੀ ਹੁੰਦੀਆਂ ਤੇ ਬਹੁਤ ਸਾਰੇ ਲੋਕਾਂ ਦਾ ਇਹੀ ਕੁਐਸਚਨ ਹੁੰਦੇ ਨੇ। ਹੁਣ ਅਗੇਨ ਵੀਜ਼ਾ ਤੁਸੀਂ ਅਪਲਾਈ ਕਰਤਾ, ਪੇਰੈਂਟਸ ਦਾ ਵੀਜ਼ਾ ਮਿਲ ਗਿਆ, ਹੁਣ ਪੇਰੈਂਟਸ ਕਹਿੰਦੇ ਨੇ ਯਾਰ ਵੀਜ਼ਾ ਤਾਂ ਮਿਲ ਗਿਆ ਲੇਕਿਨ ਮੈਂ ਹੁਣ ਨਹੀਂ ਆਣਾ, ਮੈਂ ਸਾਲ ਬਾਅਦ ਆਣਾ ਜਾਂ 2 ਸਾਲ ਬਾਅਦ ਆਣਾ, ਜਾਂ ਮੈਨੂੰ ਪਤਾ ਹੀ ਨਹੀਂ ਮੈਂ ਕਦੋਂ ਆਣਾ, ਮੈਂ ਤਾਂ ਸਿਰਫ ਵੀਜ਼ਾ ਲਵਾ ਕੇ ਰੱਖਣਾ ਸੀ। ਇਨ ਦੈਟ ਕੇਸ ਹੁਣ ਇੰਸ਼ੋਰੈਂਸ ਆਫ ਵੀਜ਼ਾ ਰਿਫਿਊਜ਼ ਤਾਂ ਨਹੀਂ ਹੋਇਆ। ਨਾਓ ਜਦੋਂ ਤੁਸੀਂ ਕੈਂਸਲ ਕਰਨਾ ਇੰਸ਼ੋਰੈਂਸ ਕੰਪਨੀ ਨੂੰ, ਦੈਟ ਇਜ਼ ਵੈਨ ਇੰਸ਼ੋਰੈਂਸ ਕੰਪਨੀਜ਼ ਦੇ ਵਿਲ ਪੁੱਟ ਅ ਪੈਨਲਟੀ ਕਿ ਤੁਸੀਂ ਉਹਨਾਂ ਦੀ ਪਾਲਿਸੀ ਯੂਜ਼ ਕੀਤੀ ਹੈ ਵੀਜ਼ਾ ਲੈਣ ਵਾਸਤੇ, you got the visa and now you are cancelling it, so that is when they put a penalty of $150 $250 depending on company to company। ਓਕੇ ਉਹਦਾ ਇੱਕ ਬਹੁਤ ਅੱਛਾ ਤਰੀਕਾ ਹੈ ਸਰਕਮਵੈਂਟ ਕਰਨ ਦਾ ਕਿ ਜੇ ਤੁਹਾਡੇ ਪੇਰੈਂਟਸ ਨੇ ਫਿਲਹਾਲ ਨਹੀਂ ਆਣਾ, ਸਾਲ ਬਾਅਦ ਆਣਾ ਹੈ ਜਾਂ 1.5 ਸਾਲ ਬਾਅਦ ਆਣਾ, ਤੁਸੀਂ ਜਿਹੜੀ ਉਸ ਪਾਲਿਸੀ ਦੀ ਸਟਾਰਟ ਡੇਟ ਹੈਗੀ ਹੈ ਉਹ ਪੁਸ਼ ਕਰ ਸਕਦੇ ਹੋ, ਓਕੇ ਠੀਕ ਹੈ, ਕਿ ਹਾਂਜੀ ਮੇਰੇ ਪੇਰੈਂਟਸ ਨੇ ਇਸ ਸਾਲ ਨਹੀਂ ਆਣਾ, ਅਗਲੇ ਸਾਲ ਸਮਰ 'ਚ ਆਣਾ, ਤੇ ਮੈਂ ਸਟਾਰਟ ਡੇਟ ਅਗਲੇ ਸਾਲ ਸਮਰ ਦੀ ਪਾ ਦਾਂਗਾ, ਠੀਕ ਹੈ। ਸੋ ਉਹਦੇ ਨਾਲ ਫਾਇਦਾ ਕੀ ਹੁੰਦਾ? ਯੂ ਸੇਵਡ ਯੂਰਸੈਲਫ ਕੈਂਸਲੇਸ਼ਨ ਫੀਸ। ਕੁਝ ਕੰਪਨੀਜ਼ ਆਪਣਾ ਰੇਟ ਲੌਕ ਕਰ ਦਿੰਦੀਆਂ, ਕੁਝ ਕੰਪਨੀਜ਼ ਕੀ ਕਹਿੰਦੀਆਂ, ਇਫ ਯੂਰ ਏਜ ਚੇਂਜਸ ਐਂਡ ਆਰ ਰੇਟ ਚੇਂਜਸ ਯੂਰ ਪ੍ਰੀਮੀਅਮ ਵਿਲ ਇਨਕਰੀਜ਼ ਅਕੋਰਡਿੰਗਲੀ ਬੇਸਡ ਔਨ ਕੀ ਤੁਹਾਡੇ ਪੇਰੈਂਟਸ ਦੀ ਏਜ। ਠੀਕ ਹੈ, ਹੁਣ ਬੇਸਡ ਔਨ ਯੋਰ ਪਰਸਨਲ ਐਕਸਪੀਰੀਅੰਸ ਸਗਨ ਜੀ, ਕਿ ਜਦੋਂ ਪੇਰੈਂਟਸ ਨੇ ਇੱਥੇ ਆਉਣਾ ਅੱਜ ਦੇ ਟਾਈਮ ਦੇ ਵਿੱਚ ਉਹਨਾਂ ਨੂੰ ਮਿਨੀਮਮ ਕਿੰਨੇ ਦੀ ਉਹ ਲੈਣੀ ਚਾਹੀਦੀ ਹੈ ਇੰਸ਼ੋਰੈਂਸ? ਓਕੇ, ਸੋ ਦੇਖੋ ਵਿਜ਼ਟਰਸ ਇੰਸ਼ੋਰੈਂਸ ਵਿੱਚ ਜਿੱਦਾਂ ਮੈਂ ਦੱਸਿਆ ਯੂ ਕੈਨ ਸਟਾਰਟ ਵਿਦ 25,000 ਐਂਡ ਯੂ ਕੈਨ ਗੋ ਅਪ ਟੂ $1 million। ਸੁਪਰ ਵੀਜ਼ਾ ਵਿੱਚ ਮਿਨੀਮਮ ਰਿਕੁਆਇਰਮੈਂਟ ਇਜ਼ 100,000, ਯੂ ਕੈਨ ਗੋ ਅਪ ਟੂ $1 million। ਉਹ ਕਿੰਨੇ ਦੀ ਲੈਣੀ ਚਾਹੀਦੀ ਹੈ? ਸਭ ਤੋਂ ਪਹਿਲਾ ਕੁਐਸਚਨ ਹੈ ਕਿ ਹਾਊ ਮਚ ਕੈਨ ਯੂ ਅਫੋਰਡ, ਬਿਕਾਜ਼ ਦਿਸ ਇਜ਼ ਨਾਟ ਅ ਚੀਪਰ ਪ੍ਰੋਡਕਟ। ਆਈ ਥਿੰਕ ਇਹਦੇ ਵਿੱਚ ਮੈਂ ਪੋਜ਼ ਕਰੂੰਗਾ ਤੁਹਾਨੂੰ, ਜੇ ਕੋਈ ਸਟੂਡੈਂਟ ਆਪਣੇ ਪੇਰੈਂਟਸ, ਸਟੂਡੈਂਟ ਕਹਿ ਰਹੇ ਹਨ, ਜੇ ਕੋਈ ਇੱਥੇ ਆਪਣੇ ਪੇਰੈਂਟਸ ਨੂੰ ਬੁਲਾ ਰਿਹਾ, ਆਈ ਥਿੰਕ ਮਨੀ ਮੈਟਰ ਨਹੀਂ ਕਰਦੀ ਉਹਨਾਂ ਲਈ। ਮੇਰਾ ਪਰਸਨਲ ਬਾਇਸ ਹੈ ਇਸ ਚੀਜ਼। ਨਹੀਂ, ਇਟ ਡਸ, ਓਕੇ, ਇਟ ਡਸ ਮੈਟਰ। ਪੀਪਲ ਐਕਚੁਅਲੀ ਜਿੰਨਾ ਕੁ ਮੇਰਾ ਐਕਸਪੀਰੀਅੰਸ ਹੈ, ਜਿੰਨਾ ਮੈਂ ਕਲਾਇੰਟਸ ਨਾਲ ਕਰਦਾ, ਮੋਸਟ ਆਫ ਦੈਮ ਦੇ ਆਰ ਫੋਕਸਡ ਔਨ ਕਿ ਕੀ ਰੇਟ ਮਿਲ ਰਿਹਾ ਹੈ, ਕਿੰਨੇ ਦੀ ਪਾਲਿਸੀ ਹੈ। ਪੀਪਲ ਡੋਂਟ ਈਵਨ ਥਿੰਕ ਕਿ ਸਾਨੂੰ $1 ਲੱਖ ਤੋਂ ਜ਼ਿਆਦਾ ਦੀ ਲੈਣੀ ਚਾਹੀਦੀ ਹੈ। ਹੁਣ ਜਿੱਦਾਂ ਮੈਂ ਪਹਿਲਾਂ ਇੱਕ ਵਾਰ ਤੁਹਾਨੂੰ ਦੱਸਿਆ ਸੀਗਾ ਕਿ ਇਫ ਯੂ ਗੋ ਇਨ ਦਾ ਹਿਸਟਰੀ ਆਫ ਸੁਪਰ ਵੀਜ਼ਾ 2011 ਵਿੱਚ ਸ਼ੁਰੂ ਹੋਇਆ ਸੀ, ਉਸ ਵੇਲੇ ਗਵਰਨਮੈਂਟ ਨੇ $1 ਲੱਖ ਲਿਮਿਟ ਲਾਈ ਸੀ, ਐਂਡ ਦੈਟ ਟਾਈਮ $100,000 ਵਾਸ ਕੁਆਇਟ ਅ ਗੁੱਡ ਮਨੀ। ਉਸ ਚੀਜ਼ ਨੂੰ ਅੱਜ 13 ਸਾਲ 14 ਸਾਲ ਹੋ ਗਏ ਨੇ। ਥਿੰਕ ਅਬਾਊਟ ਦ ਮੈਡੀਕਲ ਇਨਫਲੇਸ਼ਨ, ਜਿੱਦਾਂ ਸਾਰੀ ਚੀਜ਼ਾਂ ਇਨਕਰੀਜ਼ ਹੋ ਰਹੀ ਹੈ, ਮੈਡੀਕਲ ਕਾਸਟ ਵੀ ਇਨਕਰੀਜ਼ ਹੋ ਰਹੀ ਹੈ। 100,000 ਟੁਡੇ ਇਜ਼ ਨਾਟ ਅ ਬਿਗ ਅਮਾਊਂਟ। ਅੱਜ ਤੋਂ 5-7 ਸਾਲ ਪਹਿਲਾਂ 100,000 ਦਾ ਕਲੇਮ ਬਹੁਤ ਵੱਡਾ ਕਲੇਮ ਮੰਨਿਆ ਜਾਂਦਾ ਸੀਗਾ ਤੇ ਬਹੁਤ ਘੱਟ, ਹਾਰਡਲੀ 2-3 ਕਲੇਮ ਸੀਗੇ। ਬਟ ਪਿਛਲੇ 3-4 ਸਾਲ ਵਿੱਚ I had seen multiple claims that are beyond 100,000. But again, end of the day, ਗੱਲ ਕਿੱਥੇ ਆ ਜਾਂਦੀ ਹੈ? Minimum requirement is 100,000 for super visa. Maximum depends on your affordability. Okay. Visitors to Canada insurance ਵਿੱਚ minimum is 25,000, but ਮੇਰੀ recommendation ਹੁੰਦੀ ਹੈ ਕਿ at least 100,000 ਤਾਂ ਲਓ, ਕਿ ਰੱਬ ਨਾ ਕਰੇ ਕੋਈ ਵੱਡਾ ਕਲੇਮ ਆ ਗਿਆ, ਕੋਈ ਹਾਰਟ ਅਟੈਕ ਹੋ ਗਿਆ, ਸਟ੍ਰੋਕ ਹੋ ਗਿਆ ਕਿਸੇ ਨੂੰ, ਕੁਛ ਤਾਂ ਕਵਰੇਜ ਹੋਵੇ ਤੁਹਾਡੇ ਕੋਲ। ਠੀਕ। 25,000 is like nothing these days. ਤਾਂ ਤੁਹਾਡੇ ਅਕੋਰਡਿੰਗ ਕਿੰਨਾ ਮਿਨੀਮਮ ਅੱਜ ਦੀ ਸਰਕਮਸਟੈਂਸਸ ਨੂੰ ਦੇਖਦੇ ਹੋਏ? ਮੇਰਾ ਅੱਜ ਦੀ ਸਰਕਮਸਟੈਂਸਸ ਨੂੰ ਦੇਖਦੇ ਹੋਏ anybody should be getting at least I think 150,000
to, I mean, I haven't had a claim for that much, but I would say up to 500,000. The 100,000 ਤੇ 500,000 ਚ depending on company to company ਕੋਈ ਬਹੁਤ ਜ਼ਿਆਦਾ ਵੱਡਾ ਫਰਕ ਨਹੀਂ ਹੈ। ਓਕੇ, ਬਿਲ- ਇਹ ਚੀਜ਼ ਮੈਂ ਤੁਹਾਨੂੰ ਤਾਂ ਪੁੱਛ ਰਿਹਾ ਸੀ ਕਿਉਂਕਿ ਉਹਨੇ ਜਿਹੜੇ ਤੁਸੀਂ ਐਗਜ਼ਾਮਪਲ ਦਿੱਤੇ ਸੀ ਕਿ ਉਹਨਾਂ ਦੀ ਕਵਰੇਜ ਸੀ 100,000 ਦੀ ਬਟ ਕਲੇਮ ਆ ਗਿਆ 300,000। ਸੋ ਐਕਚੁਅਲੀ ਉਹਨਾਂ ਦੇ ਕੇਸ ਵਿੱਚ ਕੀ ਹੋਇਆ ਸੀ, ਵੇਟਿੰਗ ਪੀਰੀਅਡ ਤੇ ਜਾਵਾਂਗਾ, ਉਹਨਾਂ ਦੇ ਪੇਰੈਂਟਸ ਇੱਥੇ ਆਏ ਸੀਗੇ, ਸਾਲ ਬਾਅਦ ਉਹਨਾਂ ਦੀ ਪਾਲਿਸੀ ਐਕਸਪਾਇਰ ਹੋ ਗਈ ਫॉर ਵਟਐਵਰ ਰੀਜ਼ਨ, ਚਾਹੇ ਉਹ ਭੁੱਲ ਗਏ, ਚਾਹੇ ਉਹਨਾਂ ਨੇ ਇਗਨੋਰ ਕਰਤਾ ਕਿ ਮੇਰੇ ਪੇਰੈਂਟਸ ਇੱਥੇ ਆ ਗਏ ਹੁਣ ਕੀ ਲੋੜ ਹੈ, ਬਟ ਉਹਨਾਂ ਨੇ ਪਾਲਿਸੀ ਰਿਨਿਊ ਨਹੀਂ ਕਰਾਈ। ਸੋ ਆਫਟਰ ਫਿਊ ਡੇਜ਼ ਉਹਨਾਂ ਨੇ ਪਾਲਿਸੀ ਰਿਨਿਊ ਕਰਾਈ ਕਿਸੇ ਕੰਪਨੀ ਨਾਲ, ਐਂਡ ਦੈਨ देयर वाज अ ਵੇਟਿੰਗ ਪੀਰੀਅਡ ਆਫ 48 ਆਵਰਸ। ਉਸੀ 48 ਆਵਰ ਵੇਟਿੰਗ ਪੀਰੀਅਡ ਦੇ ਵਿੱਚ ਉਹਨਾਂ ਦੇ ਡੈਡ ਨੂੰ ਅਟੈਕ ਆ ਗਿਆ। ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਕੀ ਹੋ ਰਿਹਾ, ਕਿਉਂਕਿ ਕੋਈ ਇਸ ਤਰ੍ਹਾਂ ਦੇ ਕੋਈ ਸਿੰਪਟਮ ਨਹੀਂ ਦਿਖੇ। ਹਸਪੀਟਲ ਲਿਜਾਇਆ ਗਿਆ, ਪਤਾ ਲੱਗਾ ਕਿ ਚੈਸਟ ਇਨਫੈਕਸ਼ਨ ਹੈ, ਬਹੁਤ ਬੁਰਾ ਕੋਈ ਨਿਮੋਨੀਆ ਟਾਈਪ ਇਨਫੈਕਸ਼ਨ ਸੀਗਾ। ਸੋ ਉਹਦਾ ਕਲੇਮ $3 ਲੱਖ ਆ ਗਿਆ ਸੀ। ਹੁਣ ਜੇ ਤੁਸੀਂ $1 ਲੱਖ ਦੀ ਸਪੋਜ਼ ਤੁਹਾਡੇ ਕੋਲ ਪਾਲਿਸੀ ਹੈ ਵੀ, ਉਹਨਾਂ ਦਾ ਕਲੇਮ ਐਕਚੁਅਲੀ ਉਹਨਾਂ ਨੂੰ ਮਿਲਿਆ ਵੀ ਨਹੀਂ, ਬਿਕੋਜ਼ ਇਟ ਵਾਸ ਡਿਊਰਿੰਗ ਦ ਵੇਟਿੰਗ ਪੀਰੀਅਡ, ਹੀ ਗॉट ਨਥਿੰਗ ਬਿਕੋਜ਼ ਹੀ ਵਾਸ ਨਾਟ ਇਵਨ ਕਵਰਡ। ਠੀਕ ਹੈ, ਬਟ ਅਗੇਨ ਸਪੋਜ਼ ਉਹਨਾਂ ਕੋਲ ਪਾਲਿਸੀ ਹੁੰਦੀ ਨਹੀਂ, ਇੰਸ਼ੋਰੈਂਸ ਕੰਪਨੀ ਨੇ ਮੈਕਸਿਮਮ 100,000 ਪੇ ਕਰਨਾ ਸੀ। ਉਹਨੂੰ ਜਿਹੜਾ 2 ਲੱਖ ਐਕਸਟਰਾ ਹੈ ਉਹ ਤੁਹਾਡੇ ਸਿਰ ਤੇ ਕਰਜ਼ਾ ਖੜਾ ਹੈ। ਉਹ ਜਿਹੜਾ ਕਰਜ਼ਾ ਹੈ that can also, ਉਹਨਾਂ ਨੇ ਆਲਰੇਡੀ ਮੈਨੂੰ ਦੱਸਿਆ ਕਿ ਮੇਰਾ ਜਿਹੜਾ ਲੋਨ ਹੈ ਉਹ ਕਲੈਕਸ਼ਨਸ ਵਿੱਚ ਚਲਾ ਗਿਆ। ਹੁਣ ਕਲੈਕਸ਼ਨ ਏਜੰਸੀਜ਼ ਉਹਨਾਂ ਨੂੰ ਕਾਲ ਕਰ ਰਹੀਆਂ, he had to hire a lawyer, he had to get a credit counselor, ਤੇ ਉਹ ਮੈਨੂੰ ਉਹਨਾਂ ਨੇ ਪੁੱਛਣਾ ਸੀਗਾ ਕਿ ਕੀ ਕਰ ਸਕਦੇ ਆ ਇਸ ਚੀਜ਼ ਵਿੱਚ। ਕੁਝ ਨਹੀਂ ਕਰ ਸਕਦੇ, ਉਹ ਤੁਹਾਡਾ ਕਰਜ਼ਾ ਹੈ $2 ਲੱਖ ਦਾ। they can put a lien on your house, ਜੇ ਤੁਹਾਡੇ ਕੋਲ ਘਰ ਹੈ ਉਹਨਾਂ ਨੇ ਤੁਹਾਡੇ ਘਰ ਤੇ ਲੀਨ ਪਾ ਦੇਣੀ ਹੈ, which means I mean whenever you sell the house or if you sell the house you have to pay that back with interest and all that stuff. ਓਕੇ, ਜੇ ਮੈਂ ਕੁਝ ਇਸ ਤਰ੍ਹਾਂ ਦੇ ਇੱਕ ਅੱਧਾ ਕੇਸ ਇਸ ਤਰ੍ਹਾਂ ਦਾ ਵੀ ਦੇਖਿਆ ਕਿ ਹਸਪੀਟਲ ਔਰ ਦੀਸ ਕਲੈਕਸ਼ਨ ਏਜੰਸੀਜ਼, ਹਸਪੀਟਲ ਕੀ ਕਰਦਾ ਹੈ, ਕਲੈਕਸ਼ਨ ਏਜੰਸੀ ਨੂੰ ਦੇ ਦਿੰਦਾ ਹੈ। ਕਲੈਕਸ਼ਨ ਏਜੰਸੀ ਐਕਚੁਅਲੀ ਦੇ ਸਟਾਰਟ ਗਾਰਨਿਸ਼ਿੰਗ ਯੋਰ ਵੇਜਸ, ਤੁਹਾਡੇ ਕ੍ਰੈਡਿਟ ਰਿਪੋਰਟ ਤੇ ਇੱਕ ਤਾਂ ਚਲਾ ਗਿਆ, ਪਲੱਸ ਦੇ ਸਟਾਰਟ ਗਾਰਨਿਸ਼ਿੰਗ ਯੋਰ ਵੇਜਸ ਕਿ ਹਰ ਮਹੀਨੇ ਸਾਨੂੰ $1,000 $1,200 $1,500 ਜੋ ਵੀ ਉਹ ਕ੍ਰਾਈਟੀਰੀਆ ਹੈ। ਲੇਕਿਨ ਖੁਦ ਸੋਚ ਕੇ ਦੇਖੋ, ਜਿਸ ਬੰਦੇ ਨੇ ਸਪੋਜ਼ $1 ਲੱਖ ਦਾ ਕਲੇਮ ਪੂਰਾ ਹੋ ਵੀ ਗਿਆ, ਠੀਕ ਹੈ, $2 ਲੱਖ ਦੀ ਜੇ ਤੁਸੀਂ $1,000 ਵਾਪਸ ਦੇ ਵੀ ਰਹੇ ਆ 200 ਸਾਲਾਂ ਚ ਤੋਂ ਨਾ ਲੈਣਾ ਉਹਨਾਂ ਨੇ। ਬਿਲਕੁਲ ਠੀਕ ਹੈ, ਸੋ ਵੀ ਹੈਵ ਟੂ ਥਿੰਕ ਆਲ ਦੋਜ਼ ਥਿੰਗਸ। ਸਗੋਂ ਜੀ ਜਿਹੜੀ ਹੁਣ ਤੁਸੀਂ ਐਗਜ਼ਾਮਪਲ ਦੱਸੀ ਹੈ ਨਾ ਕਿ ਕ੍ਰੈਡਿਟ 'ਚ ਚੱਲ ਗਿਆ ਹੈ ਨਾ, ਗੋਡ ਫॉर ਬਟਸ ਹਾਈਪੋਥੈਟੀਕਲ ਸਿਚੁਏਸ਼ਨ, ਪੇਰੈਂਟਸ ਹਸਪੀਟਲਾਈਜ਼ ਹੋਏ ਐਂਡ ਦੇ ਵਾਸ ਨੋਟ ਏਬਲ ਟੂ ਮੇਕ ਇਟ, ਦੈਨ ਉਸ ਸਿਚੁਏਸ਼ਨ ਦੇ ਵਿੱਚ ਕਿੱਦਾਂ ਹੋਏਗੀ ਹਰ ਚੀਜ਼? ਜੇ ਆਈ ਮੀਨ ਉਹਨਾਂ ਦੀ ਡੈਥ ਹੋ ਜਾ, ਹਾਂਜੀ, ਓਕੇ, ਸੋ ਇਸ ਕੇਸ ਵਿੱਚ ਪਹਿਲੀ ਗੱਲ ਜਿਹੜੀ ਇੰਸ਼ੋਰੈਂਸ ਹੈਗੀ ਹੈ ਉਹਨਾਂ ਨੇ ਤੇ ਜੇ ਕਲੇਮ ਪਾਸ ਹੋਇਆ ਉਹਨਾਂ ਨੇ ਹਸਪੀਟਲ ਦਾ ਸਾਰਾ ਐਕਸਪੈਂਸ ਪੇ ਕਰਨਾ, ਠੀਕ ਹੈ, ਪਲੱਸ ਦੇਰ ਇਜ਼ ਐਡੀਸ਼ਨਲ ਕਵਰੇਜਸ ਇਨ ਦ ਪਾਲਿਸੀ, ਉਹਨੂੰ ਕਹਿੰਦੇ ਆਪਾਂ ਰੀਪੈਟਰੀਏਸ਼ਨ ਆਫ ਰਿਮੇਨਸ। ਉਹਦਾ ਮਤਲਬ ਇਹ ਹੈ ਕਿ ਜੇ ਤੁਸੀਂ ਡੈਥ ਤੋਂ ਬਾਅਦ ਗॉड ਫੋਰਬਿਡ ਪੇਰੈਂਟਸ ਦੀ ਬੋਡੀ ਪਿੱਛੇ ਭੇਜਣੀ ਹੈ, then most of the companies, depending on policy to policy, they give you coverage of from $6,000 to up to $10,000 ਕਿ ਬੋਡੀ ਪਿੱਛੇ ਭੇਜਣ ਦਾ ਜੋ ਵੀ ਖਰਚਾ ਹੈ up to $10,000 they will pay it. If you decide to bury or cremate here in Canada ਕਿ ਮੈਂ ਪਿੱਛੇ ਨਹੀਂ ਭੇਜਣਾ, ਪਿੱਛੇ ਕੋਈ ਨਹੀਂ ਹੈਗਾ, I am the only one, ਮੈਂ ਇੱਥੇ bury ਜਾਂ cremate ਕਰਨਾ, then again most of the companies they give you coverage for $4,000 to $6,000 depending on company to company. ਓਕੇ, Now I must tell you ਕਿ ਜਿਹੜੀ ਆਪਣੀ ਇਹ coverages ਹੁੰਦੀਆਂ further, ਜਿਹੜੀ ਮੈਂ ਪਹਿਲਾਂ ਗੱਲ ਕੀਤੀ, there are always limitations and exclusions. ਹੁਣ body ਪਿੱਛੇ ਭੇਜਣੀ ਹੈ, insurance company will pay up to $10,000 but they will not pay the cost of coffin or casket, they will not pay the cost of urn, ਜਿਹਨੂੰ ਆਪਾਂ ਕਈ ਵਾਰ ਲੋਟਾ ਜਿਹਾ ਕਹਿ ਦਿੰਦੇ ਨਾ, ਉਹਦੀ ਕਾਸਟ ਨਹੀਂ ਪੇ ਕਰਨੀ, ਜਾਂ ਜਿਹੜਾ ਉਹ ਲੱਕੜੀ ਦਾ ਤਾਬੂਤ ਕਾਫਨ ਜਾਂ ਕਾਸਕਟ, they will not pay that, ਓਕੇ, ਬਿਕੋਜ਼ ਉਹਦੀ ਕਾਸਟ ਉਹ $1,000 ਚ ਵੀ ਮਿਲਦਾ ਤੇ ਉਹ $10,000 ਦਾ ਵੀ ਤੁਸੀਂ ਬਾਏ ਕਰ ਸਕਦੇ। ਸੋ ਇੰਸ਼ੋਰੈਂਸ ਕੰਪਨੀ ਵਿਲ ਪੇ ਦ ਕਾਸਟ ਆਫ ਜਿਹੜੇ ਡੈਥ ਸਰਟੀਫਿਕੇਟਸ ਨੇ, ਜਾਂ ਬੋਡੀ ਪ੍ਰੈਪਰੇਸ਼ਨ 'ਚ ਜੋ ਵੀ ਖਰਚਾ ਆਉਂਦਾ, ਜਾਂ ਉਹਨਾਂ ਦੀ ਫਲਾਈਟ ਵਿੱਚ ਜੋ ਖਰਚਾ ਆਉਂਦਾ, they will pay that up to that certain level. ਠੀਕ ਹੈ। ਫੋਲੋਇੰਗ ਕੁਐਸਚਨ ਹੈਗਾ, ਜਦੋਂ ਤੁਸੀਂ ਪਹਿਲਾਂ ਦੱਸਿਆ ਸੀ ਕਿ ਪੇਰੈਂਟਸ ਨੂੰ ਇੱਥੇ ਆਉਣ ਤੋਂ ਪਹਿਲਾਂ ਵੀ ਆਪਾਂ ਉਹਨਾਂ ਦੇ ਸੁਪਰ ਵੀਜ਼ਾ ਲੈ ਸਕਦੇ ਹਾਂ ਇੰਸ਼ੋਰੈਂਸ। ਫੋਰ ਐਗਜ਼ਾਮਪਲ ਇੱਦਾਂ ਹੀ ਕਿਸੇ ਨੇ ਲੈ ਲਈ ਇੰਸ਼ੋਰੈਂਸ ਤੇ 1 ਸਾਲ ਬਾਅਦ ਉਹ ਐਕਸਪਾਇਰ ਹੋ ਗਈ ਇੰਸ਼ੋਰੈਂਸ,
ਤੇ ਹੁਣ ਕਿੱਦਾਂ ਕਿਸੇ ਨੂੰ ਪਤਾ ਲੱਗੂਗਾ ਕਿ ਹਾਂ ਯਾਰ ਆਪਾਂ ਰੀਨਿਊ ਕਰਾਈਏ, ਨਹੀਂ ਕਰਾਇਆ, ਤੇ ਜੇ ਨਹੀਂ ਕਰਾਇਆ ਦੈਨ ਅੱਗੇ? ਓਕੇ, ਸੋ ਅਗੇਨ ਸੁਪਰ ਵੀਜ਼ਾ ਦੇ ਕੇਸ ਵਿੱਚ ਇਟਸ ਅ ਰਿਕੁਆਇਰਮੈਂਟ ਕਿ ਜਦੋਂ ਉਹਨਾਂ ਨੇ ਪੇਰੈਂਟਸ ਨੇ ਆਉਣਾ ਹੈ ਪੋਰਟ ਆਫ ਐਂਟਰੀ ਤੇ CBA ਆਫਿਸਰ ਜਿਹੜਾ CBSE ਆਫਿਸਰ ਉਹ ਚੈੱਕ ਕਰਦਾ ਹੀ ਹੈ ਕਿ ਤੁਹਾਡੇ ਕੋਲ ਇੰਸ਼ੋਰੈਂਸ ਹੈ ਜਾਂ ਨਹੀਂ ਹੈ, ਤੇ ਤੁਹਾਨੂੰ ਦੇਣੀ ਪੈਣੀ ਹੈ ਇੰਸ਼ੋਰੈਂਸ ਦਾ ਪੋ। ਠੀਕ ਹੈ। ਸੋ ਅਗੇਨ ਉਹ ਇੰਸ਼ੋਰੈਂਸ ਹੈਗੀ ਹੈ, ਸਾਲ ਹੋ ਗਿਆ, ਸਾਲ ਬਾਅਦ ਉਹ ਇੱਥੇ ਹੀ ਨੇ ਕੈਨੇਡਾ ਤੁਹਾਡੇ ਪੇਰੈਂਟਸ। ਤੁਸੀਂ ਕਹਿੰਦੇ ਹੋ ਯਾਰ ਕੀ ਕਰਨਾ ਹੈ ਇੰਸ਼ੋਰੈਂਸ ਰੀਨਿਊ ਕਰਾ ਕੇ, ਮੇਰੇ ਤਾਂ ਪੇਰੈਂਟਸ ਹੈਲਦੀ ਨੇ, ਪੂਰਾ ਸਾਲ ਹੋ ਗਿਆ, ਮੈਂ ਇੰਸ਼ੋਰੈਂਸ ਦੇ $2-4,000 ਕਿਉਂ ਪੇ ਕਰਾਂ, ਕੁਝ ਹੋਇਆ ਤਾਂ ਹੈ ਨਹੀਂ ਇਹਨਾਂ ਨੂੰ, ਬਿਲਕੁਲ ਹੈਲਦੀ ਨਹੀਂ, ਤੇ ਯੂ ਡੋਂਟ ਰੀਨਿਊ ਦ ਪੋਲਿਸੀ। ਕਿਹੜਾ ਕਿਸੇ ਨੂੰ ਪਤਾ ਲੱਗਣਾ? ਨਾਓ every insurance company, again it is in the policy, they sometimes have to report it to CBSA ਕਿ ਤੁਹਾਡੇ parents ਦੀ policy renew ਨਹੀਂ ਹੋਣੀ। And CBSA officer that then can follow up, call ਤੁਹਾਨੂੰ ਕਰ ਸਕਦਾ ਹੈ ਕਿ ਹਾਂਜੀ ਤੁਹਾਡੇ parents ਇੱਥੇ ਹੀ ਨੇ, show us the proof of insurance। ਠੀਕ ਹੈ, ਉਹ ਤੇ ਗੱਲ illegality ਦੀ ਹੋ ਗਈ ਕਿ you have to have super visa insurance, but legality ਨੂੰ ਪਾਸੇ ਵੀ ਰੱਖਦੀ ਹੈ। These are your parents. Do you really want to take that kind of a risk? Of course. ਕਿ ਲੱਖਾਂ ਡਾਲਰ ਦਾ ਜੇ ਕਲੇਮ ਰੱਬ ਨਾ ਕਰੇ ਕੋਈ ਆ ਗਿਆ, do you have that kind of money that you want to pay? ਆਈ ਥਿੰਕ ਇੰਸ਼ੋਰੈਂਸ ਪ੍ਰੋਡਕਟਸ ਦੀ ਜਦੋਂ ਗੱਲ ਆਉਂਦੀ ਹੈ ਪਰਸਨਲ ਬਾਇਸਿਸ ਸਾਰਿਆਂ ਦੇ ਟ੍ਰਿਗਰ ਹੋ ਜਾਂਦੇ ਹਨਾ, ਤੇ ਉਹਦੇ ਵਿੱਚ ਬੰਦਾ ਸ਼ਾਇਦ ਕਈ ਵਾਰ ਇਹ ਚੀਜ਼ ਭੁੱਲ ਜਾਂਦਾ ਕਿ ਯਾਰ ਇਟਸ ਅ ਪੀਸ ਆਫ ਮਾਈਂਡ ਜੇ ਕਦੇ ਕੋਈ ਚੀਜ਼ ਹੁੰਦੀ ਹੈ। ਤੁਸੀਂ ਬਿਲਕੁਲ ਬਹੁਤ ਅੱਛਾ ਵਰਡ ਯੂਜ਼ ਕੀਤਾ ਰਿਸ਼ਭ। ਦੇਖੋ ਇੰਸ਼ੋਰੈਂਸ ਕੀ ਹੈ, ਇਟਸ ਐਬਸੋਲੂਟਲੀ ਨਥਿੰਗ। ਨਾ ਤੇ ਤੁਹਾਨੂੰ TV, ਫ੍ਰਿਜ, ਅਪਾਰਟਮੈਂਟ, ਇਹ ਉਹ ਕੁਛ ਨਹੀਂ ਇੱਦਾਂ ਦਾ ਟੱਚ ਐਂਡ ਫੀਲ ਨਹੀਂ ਕਰ ਸਕਦੇ। ਦਿਸ ਇਜ਼ ਨਾਟ ਸਮਥਿੰਗ ਟੈਂਜੀਬਲ ਦੈਟ ਯੂ ਕੈਨ ਟੱਚ ਐਂਡ ਫੀਲ। ਇਟ ਇਜ਼ ਜਸਟ ਅ ਪੀਸ ਆਫ ਪੇਪਰ, ਜਸਟ ਅ ਪੀਸ ਆਫ ਮਾਈਂਡ ਕਿ ਇਫ ਯੂ ਆਰ ਫੋਲੋਇੰਗ ਆਰ ਟਰਮਸ ਐਂਡ ਕੰਡੀਸ਼ਨਸ ਵੀ ਵਿਲ ਪੇ ਦ ਕਲੇਮ। ਸਿਰਫ ਇੱਕ ਪ੍ਰੋਮਿਸ ਹੈ, ਇੱਕ ਪੀਸ ਆਫ ਮਾਈਂਡ ਐਂਡ ਨਥਿੰਗ ਐਲਸ। ਐਂਡ ਆਈ ਨਾਰਮਲੀ ਸੇ ਲੋਕਾਂ ਨੂੰ ਕਿ ਰੱਬ ਕਰੇ ਤੁਹਾਡੇ ਸਾਰੇ ਪੈਸੇ ਵੇਸਟ ਹੋਣ। ਬਿਲਕੁਲ ਠੀਕ ਹੈ, ਰੱਬ ਨਾ ਕਰੇ ਤੁਹਾਡਾ ਕੋਈ ਕਲੇਮ ਆਏ, ਲੇਕਿਨ ਸਮਟਾਈਮਸ ਪੀਪਲ ਗੈਟ ਆਫ ਗਾਰਡ ਕਿ ਕੀ ਕਹਿ ਰਹੇ ਹੋ, ਬਟ ਅਗੇਨ ਸੋਚ ਕੇ ਦੇਖੋ, ਰੱਬ ਕਰੇ ਤੁਹਾਡੇ ਸਾਰੇ ਪੈਸੇ ਵੇਸਟ ਹੋਣ, ਕਿਸੇ ਨੂੰ ਹਸਪੀਟਲ ਜਾਣ ਦੀ ਲੋੜ ਹੀ ਨਾ ਪਏ। ਬਟ ਅਗੇਨ ਦਿਸ ਇਜ਼ ਪੀਸ ਆਫ ਮਾਈਂਡ ਯੂ ਸ਼ੁੱਡ ਐਂਡ ਮਸਟ ਹੈਵ। ਪੀਸ ਆਫ ਮਾਈਂਡ ਦੀ ਗੱਲ ਮੈਂ ਤਾਂ ਗਈ ਕਿਉਂਕਿ ਪਿੱਛੇ ਮੈਂ ਹੁਣ ਇੱਕ ਪੋਡਕਾਸਟ ਕੀਤਾ ਸੀ ਰਿਲੇਟਡ ਟੂ ਕਾਰ ਇੰਸ਼ੋਰੈਂਸਿਸ, ਤੇ ਮੇਰੇ ਕੋਲ ਪੁਰਾਣੀ ਕਾਰ ਹੈ, ਇਟਸ ਨੋਟ ਅ ਬ੍ਰੈਂਡ ਨਿਊ ਕਾਰ, ਤੇ ਮੇਰੇ ਜਿਹੜੇ ਦੋਸਤ ਦੇ ਆਰ ਲਾਈਕ ਵਾਈ ਯੂ ਗੋਇੰਗ ਫॉर ਫਸਟ ਪਾਰਟੀ, ਵਾਈ ਡੋਂਟ ਯੂ ਗੋ ਫॉर ਥਰਡ ਪਾਰਟੀ ਚੀਪਰ, ਐਸਪੈਸ਼ਲੀ ਜਿੱਥੇ ਅਸੀਂ ਰਹਿ ਰਹੇ ਹਾਂ। ਮੈਂ ਕਿਹਾ ਨਹੀਂ ਇਟਸ ਓਕੇ, ਮੈਨੂੰ ਥੋੜੇ ਪੈਸੇ ਜ਼ਿਆਦਾ ਦੇਣੇ ਹਰ ਮਹੀਨੇ ਖਰੇ ਆ ਕਿ ਕੱਲ੍ਹ ਨੂੰ ਜੇ ਕੁਛ ਆਉਂਦਾ ਦੈਨ ਆਈ ਡੋਂਟ ਹੈਵ ਟੂ ਵਰੀ ਅਬਾਊਟ, ਇਟ ਵਿਲ ਬੀ ਟੇਕਨ ਕੇਅਰ ਆਫ। ਨਾਓ ਅਗੇਨ ਪਹਿਲਾਂ ਮੈਂ ਦੱਸਾਂ, ਆਈ ਐਮ ਨਾਟ ਅ ਜਨਰਲ ਇੰਸ਼ੋਰੈਂਸ ਏਜੰਟ, ਆਈ ਯੂਜ਼ ਟੂ ਡੂ ਹੋਮ ਐਂਡ ਆਟੋ। ਮੈਂ ਹੁਣ ਨਹੀਂ ਕਰਦਾ, ਬਟ ਆਈ ਹੈਵ ਕੁਆਇਟ ਅ ਬਿਟ ਆਫ ਨੌਲੇਜ ਇਨ ਹੋਮ ਐਂਡ ਆਟੋ। ਹੁਣ ਆਟੋ ਇੰਸ਼ੋਰੈਂਸ ਦੀ ਜੇ ਗੱਲ ਆਈ ਹੈ, ਮੈਂ ਮਾੜਾ ਮੋਟਾ ਉਹਦੇ 'ਚ contribute ਕਰ ਦਿੰਦੇ। Sure, I love it ਕਿਉਂਕਿ auto insurance ਇੱਕ ਇਹੋ ਜਿਹੀ ਚੀਜ਼ ਹੈ, people have, ਮਤਲਬ I used to curse auto insurance ਕਿ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਸਕੈਮ ਹੈ ਇਹ। ਠੀਕ ਹੈ, ਸਾਨੂੰ ਲੱਗਦਾ ਸਕੈਮ ਹੈ, ਬਟ ਅਗੇਨ ਇਫ ਯੂ ਲੁੱਕ ਐਟ ਇੰਸ਼ੋਰੈਂਸ ਕੰਪਨੀਜ਼ ਪ੍ਰੋਫਿਟ, ਉਹਨਾਂ ਦਾ ਪ੍ਰੋਫਿਟ ਜਿਹੜਾ ਹਾਰਡਲੀ 2-3% ਹੁੰਦਾ ਹੈ। although that is in millions of dollars, 2-3%, but that is their profit. Okay. ਆਟੋ ਇੰਸ਼ੋਰੈਂਸ ਦੇਖੋ, ਜਦੋਂ ਤੁਸੀਂ ਥਰਡ ਪਾਰਟੀ ਇੰਸ਼ੋਰੈਂਸ ਕਹਿੰਦੇ, ਉਹਦੇ ਵਿੱਚ ਕੀ ਕਵਰ ਹੁੰਦਾ ਕਿ ਜੇ ਤੁਸੀਂ ਕਿਸੇ ਨੂੰ ਮਾਰ ਦੋ। ਆਟੋ ਇੰਸ਼ੋਰੈਂਸ 3 ਪਾਰਟਸ ਵਿੱਚ ਡਿਵਾਈਡਡ ਹੁੰਦੀ ਹੈ। ਫਰਸਟ ਇਜ਼ ਲਾਇਬਿਲਿਟੀ ਇੰਸ਼ੋਰੈਂਸ, ਜਿਹਨੂੰ ਆਪਾਂ ਥਰਡ ਪਾਰਟੀ ਕਹਿ ਦਿੰਦੇ ਹਾਂ। ਸੈਕੰਡ ਇਜ਼ ਯੂਰ ਕੋਲਿਜਨ ਇੰਸ਼ੋਰੈਂਸ ਕਿ ਤੁਹਾਡਾ ਕੀ ਕਹਿੰਦੇ ਨੇ ਆਪਣਾ, ਜੇ ਤੁਹਾਡੀ ਗਲਤੀ ਹੈ then insurance company will fix your car. Third is comprehensive insurance. Comprehensive ਦਾ ਮਤਲਬ ਹੈ ਕਿ ਐਕਸੀਡੈਂਟ ਨਹੀਂ ਹੋਇਆ ਬਟ ਸਮਥਿੰਗ ਐਲਸ, ਕਿ ਕੋਈ ਵੈਂਡਲਾਈਜ਼ ਕਰ ਗਿਆ ਜਾਂ ਕਾਰ ਚੋਰੀ ਹੋ ਗਈ ਜਾਂ ਕੋਈ ਹੇਲ ਡਿੱਗ ਗਈ ਕਾਰ ਤੇ, ਬਿਕੋਜ਼ ਅਲਬਰਟਾ ਵਰਗੇ ਪ੍ਰੋਵਿੰਸ ਵਿੱਚ these things are very common ਕਿ ਬਹੁਤ ਹੇਲ ਡਿੱਗੀ ਤੇ ਕਾਰ ਸਾਰੀ ਡੈਂਟ ਹੋ ਗਈ, that is covered in car insurance. ਜਦੋਂ ਆਪਾਂ ਥਰਡ ਪਾਰਟੀ ਇੰਸ਼ੋਰੈਂਸ ਲੈਂਦੇ ਹਾਂ, ਓਨਟਾਰੀਓ ਦੀ ਜੇ ਸਪੈਸੀਫਿਕਲੀ ਗੱਲ ਕਰਾਂ, ਹੁਣ ਥਰਡ ਪਾਰਟੀ ਇੰਸ਼ੋਰੈਂਸ ਦਾ ਮਤਲਬ ਇਹ ਨਹੀਂ ਹੈ ਕਿ ਸਿਰਫ ਥਰਡ ਪਾਰਟੀ ਨੇ ਹੀ ਕਵਰ ਹੋਣਾ ਹੈ। That actually insurance also covers you as well if you are injured. Ontario which there is rule something called no fault insurance. Okay. No fault insurance ਦਾ ਮਤਲਬ ਹੈ ਕਿ ਐਕਸੀਡੈਂਟ ਵਿੱਚ ਤੁਹਾਡੀ ਗਲਤੀ ਹੈ ਜਾਂ ਨਹੀਂ ਹੈ। Insurance, if you are injured in the car accident, you are covered by your policy. ਚਾਹੇ ਤੁਹਾਡੀ ਗਲਤੀ ਹੈ ਜਾਂ ਨਹੀਂ ਹੈ। Many people don't understand that. And believe it or not, because I had worked in their claims department,
there are claims of millions and millions and millions of dollars. Catastrophe claims ਜਿਹੜੇ automatically ਤੁਹਾਡੀ policy ਵਿੱਚ you are covered for $1 million of catastrophe claims. ਕੋਈ minor injury ਦਾ claim ਹੋ ਜਾਂਦਾ ਹੈ, you are covered for $3,500. ਜੇ ਕੋਈ above minor injury and before catastrophe injury, you are covered for $65,000. Already it's already built into the price. ਲੇਕਿਨ ਜਦੋਂ ਕਲੇਮ ਆਉਂਦਾ ਹੈ ਨਾ, ਉਦੋਂ ਸਾਨੂੰ ਸਮਝ ਆਉਂਦੀ ਹੈ ਕਿ ਕਿਸ ਤਰ੍ਹਾਂ ਇੰਸ਼ੋਰੈਂਸ ਕੰਪਨੀ ਪੇ ਕਰਦੀ ਹੈ। ਇਟਸ ਹੁਣ ਜਿੱਦਾਂ ਮੈਂ ਸੁਪਰ ਵੀਜ਼ਾ ਇੰਸ਼ੋਰੈਂਸ ਕਿਹਾ ਕਿ ਮੋਟਰ ਵਹੀਕਲ ਐਕਸੀਡੈਂਟ ਹੋ ਜਾਏ ਤੇ ਤੁਹਾਡੀ ਸੁਪਰ ਵੀਜ਼ਾ ਇੰਸ਼ੋਰੈਂਸ ਦੀ ਕਵਰ ਕਰ ਤੇ ਤੁਹਾਡੀ ਕਾਰ ਇੰਸ਼ੋਰੈਂਸ ਕਵਰ ਕਰਦੀ ਹੈ। ਹੁਣ ਕਈ ਲੋਕ ਕੀ ਕਹਿੰਦੇ ਨੇ, ਯਾਰ ਮੇਰੇ ਪੇਰੈਂਟਸ ਉਹ ਤਾਂ ਨਾ ਉਹਨਾਂ ਕੋਲ ਡਰਾਈਵਰਸ ਲਾਇਸੈਂਸ ਹੈ ਇੱਥੇ ਤੇ ਨਾ ਉਹ ਗੱਡੀ ਚਲਾ ਸਕਦੇ ਨੇ, ਕੁਛ ਨਹੀਂ ਕਰ ਸਕਦੇ, ਤੇ ਮੇਰੀ ਆਟੋ ਇੰਸ਼ੋਰੈਂਸ ਕਿਉਂ ਕਵਰ ਕਰੇਗੀ? ਬਿਲਕੁਲ ਠੀਕ ਹੈ। That's how the insurance is built here. ਕਿ ਉਸ ਤੁਹਾਡੀ auto insurance ਵਿੱਚ anybody dependent on you is also covered in your auto insurance, whether they are licensed or not, whether they have insurance, whether they are listed on your insurance or not. To give you example, ਜੇ suppose ਤੁਹਾਡੇ ਬੱਚਿਆਂ ਕੋਲ ਤਾਂ ਨਾ ਡਰਾਈਵਰਸ ਲਾਇਸੈਂਸ ਨਾ ਕੁਛ ਹੈ, ਤੇ ਜੇ ਕਾਰ ਐਕਸੀਡੈਂਟ ਹੋ ਜਾਏ ਤੇ ਇਹਦਾ ਮਤਲਬ ਇਹ ਥੋੜਾ ਨਾ ਕਿ ਬੱਚੇ ਕਵਰ ਨਹੀਂ ਹੋਣਗੇ ਇੰਜਰੀਜ਼ ਵਾਂਗ। Same thing goes for parents. They are dependent on you, they will go on your insurance. And ਜੇ ਕੋਈ injuries ਹੁੰਦੀ ਹੈ, you don't have to sue other party. Your own insurance company will give you the claim. ਬਿਲਕੁਲ। So sometimes we don't understand ki how insurance is built and how much they pay and how they... ਠੀਕ ਹੋ। ਅੱਜ ਦਾ ਪੋਡਕਾਸਟ ਦੇ ਵਿੱਚ ਕਾਫੀ ਚੀਜ਼ਾਂ ਡਿਸਕਸ ਕਰ ਲਈਆਂ। ਆਈ ਬਲੀਵ ਸਪੈਸ਼ਲੀ ਲੋਕਾਂ ਲਈ ਕਾਫੀ ਹੈਲਪਫੁਲ ਹੋਣਗੀਆਂ, ਬਹੁਤ ਪ੍ਰੈਕਟੀਕਲ ਚੀਜ਼ਾਂ ਨੇ। ਹੁਣ ਇਸ ਤੋਂ ਬਾਅਦ ਵੀ ਜੇ ਕਿਸੇ ਦਾ ਕੋਈ ਕੁਐਸਚਨ ਹੋਇਆ, ਡੈਫੀਨੇਟਲੀ ਆਪਾਂ ਅਗਲੇ ਪੋਡਕਾਸਟ 'ਚ ਕਰਾਂਗੇ ਰੀਚ ਆਊਟ। ਤੇ ਲਾਸਟ 2 ਕੁਐਸਚਨ ਮੇਰੇ ਪਰਸਨਲ ਨੇ, ਠੀਕ ਹੈ, ਜ਼ਰੂਰ ਸਾਰਿਆਂ ਨੂੰ ਪੁੱਛਦਾ, ਤੁਹਾਨੂੰ ਵੀ ਪੁੱਛੂੰਗਾ। ਇਹ 2 ਕੁਐਸਚਨ ਮੈਨੂੰ ਹੈਲਪ ਕਰਦੇ ਤੂੰ ਬੈਟਰ ਅੰਡਰਸਟੈਂਡ ਮੇਰੇ ਗੈਸਟ ਨੂੰ ਐਜ਼ ਅ ਇੰਡੀਵਿਜੂਅਲ। ਠੀਕ ਹੈ। ਪਹਿਲਾ, ਜੇ ਤੁਸੀਂ ਇੱਕ ਐਡਵਾਈਸ ਦੇਣੀ ਆ ਆਪਣੇ ਯੰਗਰ ਸੈਲਫ ਨੂੰ, ਉਹ ਕੀ ਹੋਏਗੀ? That's kind of a little hard question. ਜੇ ਮੈਂ ਆਪਣੇ younger self ਨੂੰ advice ਦੇਣੀ ਹੋਏਗੀ, then I would get myself financially literated earlier in life. ਠੀਕ ਹੈ। ਜਦੋਂ ਮੈਂ ਇੱਥੇ ਆਇਆ ਸੀਗਾ, I was about 26, 27. I was PR and all those things. ਤੇ ਜਿਹੜੇ ਬੱਚੇ ਇੱਥੇ ਹੁਣ ਸਟੂਡੈਂਟ ਦੀ ਸਟਰਗਲ ਵਿੱਚ ਗੁਜ਼ਰ ਰਹੇ ਹੈ, ਜਿੱਦਾਂ ਇੱਥੇ ਸਟੂਡੈਂਟ ਆਉਂਦੇ ਨੇ, PR ਹੋਣਾ ਹੈ, ਵਰਕ ਪਰਮਿਟ, I never been through all that. ਸੋ ਮੈਂ ਸਿੱਧਾ PR ਆਇਆ ਸੀਗਾ, ਲੇਕਿਨ ਉਸ ਵੇਲੇ ਮੈਂ ਫਾਈਨੈਂਸ਼ੀਅਲੀ ਲਿਟਰੇਟ ਨਹੀਂ ਸੀਗਾ। ਠੀਕ ਹੈ। ਮੈਨੂੰ ਪਤਾ ਨਹੀਂ ਸੀਗਾ ਮਤਲਬ ਕਿਸ ਤਰ੍ਹਾਂ ਇਹ ਫਾਈਨੈਂਸਿਸ ਕੰਮ ਕਰਦੇ, ਇਨਵੈਸਟਮੈਂਟਸ ਕੰਮ ਕਰਦੀਆਂ। Get yourself financially literated a little bit. Okay. And I'm not talking about insurance, I'm talking about getting financially literated ਕਿ ਕਿਹੜੀ ਚੀਜ਼ ਤੁਹਾਡੇ ਲਈ ਫਾਇਦੇਮੰਦ ਹੈ, ਕਿਹੜੀ ਚੀਜ਼ ਤੁਹਾਡੇ ਲਈ ਨੁਕਸਾਨਦੇਹ ਹੈ। Get yourself know ਕਿ ਤੁਹਾਡੀ ਰਿਸਕ ਪਲੈਨਿੰਗ ਕੀ ਕਰਨੀ ਹੈ। ਠੀਕ ਹੈ। ਅਸੀਂ ਹਮੇਸ਼ਾ ਇਹ ਸੋਚਦੇ ਰਹਿੰਦੇ ਹਾਂ ਕਿ ਅਸੀਂ ਅੱਗੇ ਕਿੱਦਾਂ ਵਧਣਾ, ਲੇਕਿਨ ਇਹ ਨਹੀਂ ਸੋਚਦੇ ਕਿ ਜੇ ਡਿੱਗ ਗਏ ਤਾਂ ਉੱਠਣਾ ਕਿੱਦਾਂ। ਹੁਣ ਜੇ ਮੈਂ ਫਾਈਨੈਂਸਿਸ ਦੀ ਗੱਲ ਕਰਾਂ, ਅਗੇਨ ਲੀਵਿੰਗ ਇੰਸ਼ੋਰੈਂਸ ਅਪਾਰਟ ਕਿ ਹਾਂ ਠੀਕ ਹੈ, ਸਾਰਿਆਂ ਕੋਲ ਲਾਈਫ ਇੰਸ਼ੋਰੈਂਸ ਹੋਣੀ ਚਾਹੀਦੀ ਹੈ, ਸੁਪਰ ਵੀਜ਼ਾ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਪੇਰੈਂਟਸ ਵਾਸਤੇ, ਉਹ ਚੀਜ਼ਾਂ ਦਾ ਇੰਸ਼ੋਰੈਂਸ ਇਜ਼ ਨਥਿੰਗ ਬਟ ਰਿਸਕ ਪਲੈਨਿੰਗ। ਠੀਕ ਹੈ। ਹੁਣ ਜੇ ਇਨਵੈਸਟਮੈਂਟਸ ਦੀ ਗੱਲ 'ਤੇ ਆਈਏ, ਆਪਾਂ ਇਨਵੈਸਟਮੈਂਟਸ ਆਪਾਂ ਕਰਨ ਲੱਗ ਪੈਂਦੇ ਕਿ ਹਾਂ ਜੀ ਅਸੀਂ $100 ਬਚਾ ਲੈਣਾ, $200 ਬਚਾ ਲੈਣਾ, ਅਸੀਂ ਘਰ ਲੈਣਾ। ਥਿੰਕ ਅਬਾਊਟ ਦੈਟ, ਲੌਜੀਕਲੀ ਸੋਚੋ। ਹੁਣ ਤੁਸੀਂ $50,000, ਸਪੋਜ਼ ਅੱਜ ਦੀ ਡੇਟ ਵਿੱਚ $5 ਲੱਖ ਦਾ ਘਰ ਲੈਣਾ, ਆਲਦੋ $5 ਲੱਖ ਦਾ ਕੋਈ ਘਰ ਆਉਂਦਾ ਨਹੀਂ ਅੱਜ ਕੱਲ੍ਹ, ਐਗਜ਼ਾਮਪਲ ਦੇ ਤੌਰ 'ਤੇ ਤੁਹਾਨੂੰ 10% ਡਾਊਨ ਪੇਮੈਂਟ ਚਾਹੀਦੀ, $50,000 ਤੁਸੀਂ ਸੇਵ ਕਰਨਾ। ਡੂ ਯੂ ਰੀਅਲੀ ਥਿੰਕ ਕਿ $100, $200, $300 ਬਚਾ ਕੇ ਤੁਸੀਂ $50,000 ਜੋੜ ਲਓਗੇ? ਬਾਏ ਦਾ ਟਾਈਮ ਤੁਸੀਂ ਉਹ 50,000 ਜੋੜਨੇ ਨੇ, ਇਟ ਵਿਲ ਟੇਕ ਯੂ 10 years। 10 ਸਾਲਾਂ ਤੱਕ ਜਿਹੜੇ ਉਹ 5 ਲੱਖ ਦਾ ਘਰ ਸੀਗਾ, ਉਹ ਆਲਰੇਡੀ 8-9 ਲੱਖ ਦਾ ਹੋ ਚੁੱਕਾ ਹੈ ਨਾ, ਤੇ ਤੁਹਾਨੂੰ ਫਿਰ ਉਹ ਸਟਰਗਲ 'ਚ ਹੀ ਨਿਕਲਦੇ ਜਾਣਗੇ। ਸੋ ਗੈਟ ਯੂਰਸੈਲਫ, ਮਤਲਬ ਪ੍ਰੈਕਟੀਕਲੀ ਉਸ ਚੀਜ਼ ਨੂੰ ਜ਼ਿਆਦਾ ਸੋਚੋ। ਐਂਡ ਸੈਕਿੰਡ ਥਿੰਗ ਜਿਹੜੀ ਮੈਂ ਆਪਣੇ ਆਪ ਨੂੰ ਤੁਹਾਨੂੰ ਐਡਵਾਈਸ ਦਊਂਗਾ, ਲੇਕਿਨ ਯੰਗਰ ਜਨਰੇਸ਼ਨ ਨੂੰ ਡੈਫੀਨੇਟਲੀ, ਕਿ ਥੋੜ੍ਹਾ ਇਹ ਜਿਹੜਾ ਸ਼ੋਅ ਆਫ ਦਾ ਕਲਚਰ ਹੈ ਨਾ, ਪਲੀਜ਼ ਇਹ ਇੰਡੀਆ 'ਚ ਛੱਡ ਕੇ ਆਓ। ਨੋਬਡੀ ਗਿਵਸ ਅ ਡੈਮ ਕਿ ਤੁਸੀਂ ਆਡੀ ਚਲਾਉਂਦੇ ਹੋ ਕਿ ਟੋਇਟਾ ਚਲਾਉਂਦੇ, ਨੋਬਡੀ ਗਿਵਸ ਅ ਡੈਮ। ਆਈ ਓਨੈਸਟਲੀ ਡੋਂਟ ਕੇਅਰ ਐਂਡ ਨੋਬਡੀ ਕੇਅਰਸ। ਤੁਸੀਂ ਇੱਥੇ ਆ ਕੇ ਕਰਜ਼ਾ ਲੈਣਾ, ਜਿੰਨਾ ਮਰਜ਼ੀ ਕਰਜ਼ਾ ਦੇ ਜਾਓ, ਕੋਈ ਨਹੀਂ ਰੋਕ ਸਕਦਾ ਤੁਹਾਨੂੰ।
ਲੇਕਿਨ ਜਿੰਨਾ ਹੋ ਸਕਦਾ ਕਰਜ਼ੇ ਤੋਂ ਬਚੋ। ਕਰਜ਼ਾ ਇੱਕ ਟਾਈਪ ਦੀ ਨੀਮਕ ਹੈ। ਜਿੱਦਾਂ ਉਹ ਕਹਿੰਦੇ ਨੇ ਕਈ ਵਾਰ ਕਿ ਉਹ ਬਾਲਟੀ ਹੈਗੀ ਹੈ, ਬਾਲਟੀ 'ਚ ਸੁਰਾਖ ਹੋਏ ਪਏ ਨੇ। ਜਿੰਨਾ ਮਰਜ਼ੀ ਪਾਣੀ ਪਾਈ ਜਾਓ, ਜਦੋਂ ਤੱਕ ਉਹ ਕਰਜ਼ਾ ਹੈਗਾ ਨਾ, ਉਹ ਬਾਲਟੀ ਭਰ ਨਹੀਂ ਸਕਦੀ ਕਦੇ। ਬਿਲਕੁਲ। ਸੋ ਦੋਜ਼ ਥਿੰਗਸ ਆਈ ਵੁੱਡ ਸੇ ਕਿ ਉਹ ਥੋੜ੍ਹੀਆਂ ਜਿਹੀਆਂ ਚੀਜ਼ਾਂ ਸ਼ੋ ਆਫ ਤੋਂ ਜੇ ਦੂਰ ਰਹੋ। ਇੱਕ ਵਾਰ ਤੁਹਾਡੀ ਲਾਈਫ ਬਣ ਗਈ, ਜਿਹੜਾ ਉਹ ਇੰਸਟੈਂਟ ਗ੍ਰੈਟੀਫਿਕੇਸ਼ਨ ਹੈ ਕਿ ਮੈਂ ਰਾਤੋਂ ਰਾਤ ਅਮੀਰ ਬਣਨਾ, ਜਾਂ ਮੇਰੀ ਹੁਣ ਇਨਕਮ 70,000 ਹੋ ਗਈ ਹੈ, ਪਹਿਲਾਂ 30,000 ਸੀਗੀ, ਲੋ ਹੁਣ ਆਪਾਂ ਗੱਡੀ ਲੈ ਲੈਂਦੇ ਹਾਂ, ਹੁਣ ਆਪਾਂ ਕਾਰਾਂ ਲੈ ਲੈਂਦੇ ਹਾਂ, ਹੁਣ ਅੱਛੇ ਕੱਪੜੇ ਪਾ ਲੈਂਦੇ ਹਾਂ। I mean, you are nothing right now. Compared to people, those who are successful, you are nothing. And I'm nothing as well. Again, I'm not telling to anybody, even I'm nothing compared to, I'm still in a process of getting there. जो भी मेरे goals ਨੇ। ਬਿਲਕੁਲ। ਓਕੇ, ਬਹੁਤ ਡੀਪ ਆਨਸਰ ਦਿੱਤਾ ਤੇ ਬੜੇ ਘੱਟ ਗੈਸਟ ਆ ਮੇਰੇ ਜਿਨ੍ਹਾਂ ਨੇ ਏਡੀ ਡੀਪ ਜਾ ਕੇ ਆਨਸਰ ਦਿੱਤਾ। Thank you. ਐਂਡ ਆਈ ਲਾਈਕ ਦੈਟ। ਸੈਕੰਡ ਕੁਐਸਚਨ, ਇਫ ਯੂ ਹੈਵ ਓਨਲੀ 24 ਆਵਰਸ ਆਫ ਯੋਰ ਲਾਈਫ, ਉਹ ਕਿੱਦਾਂ ਸਪੈਂਡ ਕਰੋਗੇ? Oh, of course, with family. That's it. Phone मैं probably ਸੁੱਟ ਦਾਂਗਾ and I'll probably play Monopoly with them and Ludo with them, and I'll just spend 24 hours closed doors with my family, nothing else. ਆਲਰਾਈਟ, ਥੈਂਕ ਯੂ। ਠੀਕ ਹੈ ਜੀ, ਤੇ ਅੱਜ ਦੇ ਪੋਡਕਾਸਟ ਲਈ ਆਪਾਂ ਇਹਨੂੰ ਇੱਥੇ ਹੀ ਕਨਕਲੂਡ ਕਰਦੇ ਹਾਂ, ਤੇ ਅਗਲੇ ਪੋਡਕਾਸਟ 'ਚ ਆਪਾਂ ਕੁਛ ਵਧੀਆ ਹੋਰ ਅਮੇਜ਼ਿੰਗ ਪ੍ਰੈਕਟੀਕਲ ਟਿਪਸ ਲੈ ਕੇ ਆਉਂਦੇ ਸ਼ੋ। ਠੀਕ ਹੈ, Absolutely. ਥੈਂਕ ਯੂ ਵੈਰੀ ਮਚ ਫॉर ਕਮਿੰਗ ਐਟ ਦੀ ਅਵਿਲਾਸ਼ ਪੋਡਕਾਸਟ। Again, thank you for having me on. ਇਟਸ ਗੁੱਡ ਟੂ ਹੈਵ ਯੂ। ਆਈ ਹੋਪ ਯਾਰ ਤੁਹਾਨੂੰ ਅੱਜ ਦਾ ਪੋਡਕਾਸਟ ਵਧੀਆ ਲੱਗਿਆ ਹੋਵੇਗਾ, ਤੇ ਜੇ ਇਹਦੇ ਵਿੱਚੋਂ ਕੁਝ ਵੀ ਸਿੱਖਣ ਨੂੰ ਮਿਲਿਆ ਨਾ, ਇਸ ਵੀਡੀਓ ਨੂੰ ਜਲਦੀ ਤੋਂ ਜਲਦੀ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਨਹੀਂ ਕੀਤਾ ਹਲੇ, ਤੇ ਉਹਦੇ ਨਾਲ ਨਾਲ ਆਪਣੇ ਦੋਸਤਾਂ ਨਾਲ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਕੈਨੇਡਾ 'ਚ ਰਹਿੰਦੇ ਨੇ, ਜਾਂ ਫਿਰ ਜਿਨ੍ਹਾਂ ਦੇ ਪੇਰੈਂਟਸ ਕੈਨੇਡਾ ਉਹਨਾਂ ਨੂੰ ਵਿਜ਼ਿਟ ਕਰਨ ਆ ਰਹੇ ਨੇ। ਤਾਂ ਮਿਲਦੇ ਹਾਂ ਆਪਣੇ ਨਵੇਂ ਪੋਡਕਾਸਟ ਤੇ ਨਵੇਂ ਗੈਸਟ ਨਾਲ ਤੇ ਨਵੇਂ ਟੌਪਿਕ ਦੇ ਨਾਲ, ਓਨਲੀ ਐਟ ਅਵਿਲਾਸ਼ ਪੋਡਕਾਸਟ, ਵੇਅਰ ਐਕਸਪੀਰੀਅੰਸ ਫਲੋਜ਼।